श्री वाहिगुरु साहिब जी। गुरु नानक पद पंकज बंदन, पंकज बंदन। सिमरो अंगद दुख निकंदन। अमरदास गुर हृदय त्यावो, नित त्यावो। श्री गुरु रामदास गुण गाओ। हर जन विघ्नन के नासक, विघ्नन के नासक। हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाओ बहोरी। गुरु तेग बहादुर परम कृपाला, परम कृपाला। श्री गुरु गोबिंद सिंह विसाला। तरों तरा पर पुन पुन शीशा जी, पुन पुन शीशा। बंदों बार बार जगदीशा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदों कर अनुराग। श्री गुरु शब्द कमाए जिन, जीते पंच विकार। तिन संतन को बंधना, सिर चरणन पर धार। एक अंकारा सतगुरु, तह प्रसाद सच होए। वाहे गुरु जी की फतेह है, विघ्न विनाशन सोए। वाहे गुरु जी की फतेह है, विघ्न विनाशन सोए। सतनाम श्री वाहिगुरु साहिब जीओ। दोहरा कर कारज अर्जन गुरु, परम प्रसन्नता पाए। करियो चैत बड़ भीड़ को, सब बानी एक थाए। वाहिगुरु जी का खालसा, वाहिगुरु जी की फतेह। जुगो जुग अटल दसां गुरां दी आत्मक जोत, ब्रह्म ज्ञान दे उदोत सतगुरु अकाल पुरख वाहिगुरु परमात्मा दे सरगुण स्वरूप, कलयुगी जियां दे उद्धार करता, सरब सांझी वारतां दे सांझे रहबर, पावन पवित्र गुरता गद्दी उपर सुभायमान साहिब कमाल तन सतगुरु सच्चे पातशाह साहिब श्री गुरु ग्रंथ साहिब जी महाराज आप जी दी पवित्र पावन हजूरी अंदर सज बैठी गुरु का खास रूप अति सत्कार ते सन्मानयोग
ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਬ੍ਰਹਮ ਚੋਟਾ ਖਾਵਹਿ, ਬਿਨ ਭਾਗਾ ਸਤ ਸੰਗ ਨਾ ਲਭੈ, ਬਿਨ ਸਤ ਸੰਗਤ ਮੈਲ ਪਰੀਜੇ ਜੀਓ। ਵਡ ਭਾਗੀਓ ਆਪ ਸਾਰੇ, ਜਿਹਦੇ ਕਰਕੇ ਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਮੇਂ ਨੂੰ ਸਫਲਾ ਕਰਨ ਲਈ, ਸਵਾਸਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲਾਉਣ ਲਈ, ਤਿਲਕ ਜੰਜੂਰ ਆਖਾ ਪ੍ਰਭਤਾਕਾ ਕੀਨੋ ਬਡੋ ਕਲੂ ਮਹਿ ਸਾਖਾ, ਨਾਵੇ ਸਤਿਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਆਪ ਸਰਬੱਤਰ ਸੰਗਤਾਂ ਜੁੜ ਬੈਠੇ ਹੋ। ਸਥਾਨ ਦੇ ਨਿਤ ਲੜੀਦਾਵਾਰ ਮਰਿਆਦਾ ਦੇ ਅਨੁਸਾਰ ਦਿਨ ਦੇ ਚੌਥੇ ਪੈਰ ਦੇ ਸੰਧਿਆ ਵੇਲੇ ਦੇ ਸੋਹਣੇ ਦੀਵਾਨ ਸਜ ਰਹੇ ਹਨ। ਸਜੇ ਦੀਵਾਨਾਂ ਅੰਦਰ ਹਜੂਰੀ ਰਾਗੀ ਸਿੰਘਾਂ ਪਾਸੋਂ ਕਲਯੁਗਮੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਦੇ ਮਹਾਵਾਕ ਅਨੁਸਾਰ ਗੁਰੂ ਪਾਤਸ਼ਾਹ ਜੀ ਦੇ ਇਲਾਹੀ ਦਰਗਾਹੀ ਕੀਰਤਨ ਦੇ ਲਾਹੇ ਆਪ ਸਰਬੱਤਰ ਸੰਗਤਾਂ ਨੇ ਪ੍ਰਾਪਤ ਕੀਤੇ। ਖਾਲਸਾ ਜੀ, ਹੁਣ ਸਮਾਂ ਹੋਇਆ ਹੈ, ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਦੁੱਖਾਂ ਨੂੰ ਨਾਸ਼ ਕਰਨ ਵਾਲੀ, ਪਾਪਾਂ ਦਾ ਖੰਡਨ ਕਰਨ ਵਾਲੀ, ਕਲਿਆਣਕਾਰੀ ਪਰੋਪਕਾਰੀ ਗੁਰੂ ਸਾਹਿਬ ਜੀ ਦੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਨੂੰ ਸ਼ਰਵਣ ਕਰਨ ਦਾ ਇਹ ਕਥਾ, ਇਹ ਵਿਚਾਰ ਪੂਰੇ ਸਤਿਗੁਰੂ ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ, ਸ਼ਹੀਦਾਂ ਦੇ ਸਰਤਾਜ ਦੋਹਿਤਾ ਬਾਣੀ ਕਾ ਬੋਹਿਤਾ ਸਤਿਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਗੁਰੂ ਮਹਾਰਾਜ ਜੀ ਦੇ ਕੌਤਕਾਂ ਨੂੰ, ਸਤਿਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਚੂੜਾਮਣੀ ਆਪਣੀ ਕਵਿਤਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਲਮ ਬੰਦ ਕਰਕੇ, ਜਿਵੇਂ ਗੁਰਬਾਣੀ ਦੇ ਬਚਨ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਇਹਨਾਂ ਮਹਾਵਾਕਾਂ ਦੇ ਅਨੁਸਾਰ ਕਵਿਰਾਜ ਭਾਈ ਸੰਤੋਖ ਸਿੰਘ ਜੀ ਸਾਹਿਬਾਂ ਦੇ ਇਤਿਹਾਸ ਨੂੰ ਕਲਮ ਬੰਦ ਕਰਕੇ ਸਮਸਤ ਜੀਆਂ ਦੇ ਕਲਿਆਣ ਲਈ ਸਾਰਿਆਂ ਦੇ ਤਾਈਂ ਸ਼ਰਵਣ ਕਰਾ ਰਹੇ ਹਨ। ਜਿਵੇਂ ਕੱਲ ਰੋਜ਼ ਪਿਛਲੇ ਦੀਵਾਨਾਂ ਅੰਦਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਦੇ ਪਾਸੋਂ ਆਪ ਸਰਬੱਤਰ ਸੰਗਤਾਂ ਨੇ ਜਾਣਿਆ ਸੀ, ਵੱਡੇ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਮੋਹਨ ਜੀ ਦੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ। ਆ ਕਰਕੇ ਬੇਨਤੀ ਕੀਤੀ, ਕਹਿਣ ਲੱਗੇ, ਮਾਮਾ ਜੀ, ਜਿਹੜਾ ਕਾਰਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਕਰਨ ਲਈ ਦੱਸਿਆ, ਉਸ ਕਾਰਜ ਨੂੰ ਹੁਣ ਪੂਰਾ ਕਰਨ ਲਈ ਅਸੀਂ ਆਪ ਜੀ ਦੇ ਕੋਲ ਆਏ ਹਾਂ। ਕਿਰਪਾ ਕਰੋ, ਜਿਹੜੀ ਬਾਣੀ ਦੀ ਪੋਥੀ ਆਪ ਜੀ ਦੇ ਕੋਲ ਹੈ ਉਹ ਸਾਨੂੰ ਦੇਣਾ ਕਰੋ, ਕਿਉਂਕਿ ਬਾਬਾ ਮੋਹਨ ਜੀ ਵੱਡੇ ਗਿਆਨੀ ਹੋਏ, ਲਿਖਾਰੀ ਵੀ ਹੋਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਜਿਹੜੀ ਬਾਣੀ ਪਾਤਸ਼ਾਹ ਜੀ ਉਚਾਰਨ ਕਰਦੇ ਸੀ, ਆਪ ਬਾਬਾ ਮੋਹਨ ਜੀ ਲਿਖਣ ਦੀ ਵੀ ਸੇਵਾ ਉਹਨਾਂ ਨੇ ਨਿਭਾਈ ਹੈ। ਜਦੋਂ ਬਾਬਾ ਮੋਹਨ ਜੀ ਨੇ ਵੇਖਿਆ, ਪਹਿਲਾਂ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਸੀ, ਪਹਿਲਾਂ ਬਾਬਾ ਬੁੱਢਾ ਜੀ ਵੀ ਗਏ, ਭਾਈ ਗੁਰਦਾਸ ਜੀ ਵੀ ਗਏ, ਉਹਨਾਂ ਨੇ ਵੀ ਜਾ ਕਰਕੇ ਬੇਨਤੀ ਕੀਤੀ, ਪਰ ਉਹਨਾਂ ਨੇ ਗੱਲ ਨਹੀਂ ਮੰਨੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਸਨ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਜਿਹੜੇ ਪੰਚਮ ਪਾਤਸ਼ਾਹ ਹੋਣਗੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਜਿੰਨਾ ਚਿਰ ਤੁਹਾਡੇ ਕੋਲ ਉਹ ਨਹੀਂ ਆਉਣਗੇ, ਉਹਨਾਂ ਚਿਰ ਕਿਸੇ ਨੂੰ ਵੀ ਇਹ ਗੁਰਬਾਣੀ ਦੀਆਂ ਪੋਥੀਆਂ ਨਹੀਂ ਦੇਣੀਆਂ। ਇੰਜ ਕਹਿ ਕਰਕੇ
ਸਖਤਾਈ ਦੇ ਨਾਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਹੁਕਮ ਦਿੱਤਾ ਸੀ। ਫਿਰ ਬਾਬਾ ਮੋਹਨ ਜੀ ਕਹਿਣ ਲੱਗੇ, ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਡੀ ਬੇਨਤੀ ਹੈ, ਬੇਨਤੀ ਕਬੂਲ ਕਰੋ, ਬੇਨਤੀ ਪ੍ਰਵਾਨ ਕਰੋ, ਹੁਣ ਸਾਨੂੰ ਆਪਣੇ ਨਾਲ ਲੈ ਕੇ ਚੱਲੋ। ਅਸੀਂ ਹੁਣ ਆਪ ਜੀ ਦੇ ਕੋਲ ਰਹਿ ਕਰਕੇ ਆਪ ਜੀ ਦੇ ਚਰਨਾਂ ਦੀ ਸੇਵਾ ਕਰਾਂਗੇ। ਜਿਵੇਂ ਵੱਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਅਸੀਂ ਰਹਿ ਕਰਕੇ ਸੇਵਾ ਨਿਭਾਉਂਦੇ ਸੀ। ਪਿਤਾ ਸਤਿਗੁਰੂ ਜੀ ਨੇ ਸਾਨੂੰ ਬਚਨ ਵੀ ਕਹੇ ਸਨ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗੋ। ਜਦੋਂ ਮਹਾਰਾਜ ਜੀ ਸੱਚਖੰਡ ਗਮਨ ਕਰ ਰਹੇ ਸੀ, ਜੋਤੀ ਜੋਤ ਸਮਾ ਰਹੇ ਸਨ, ਉਸ ਸਮੇਂ ਸਭ ਤੋਂ ਪਹਿਲਾਂ ਬਾਬਾ ਮੋਹਨ ਜੀ ਦੇ ਤਾਈਂ ਹੁਕਮ ਕੀਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ, ਉਠੋ ਪੁੱਤਰ ਜੀ, ਉੱਠ ਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨੀ ਲਓ। ਤਾਂ ਇਹਨਾਂ ਨੇ ਸਾਫ਼ ਮਨਾ ਇਨਕਾਰ ਕਰ ਦਿੱਤਾ ਸੀ। ਜਦੋਂ ਵੇਖਿਆ ਸੰਸਾਰ ਦੇ ਅੰਦਰ ਇੰਨਾ ਤੇਜ ਪ੍ਰਤਾਪ ਵੱਧ ਗਿਆ ਹੈ, ਉਹੀ ਜੋਤ ਨੇ ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਸੀ, ਉਹੀ ਜੋਤ ਗੁਰੂ ਅੰਗਦ ਪਾਤਸ਼ਾਹ ਜੀ ਦੇ ਵਿੱਚ ਸੀ, ਹੁਣ ਉਹੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਹੈ। ਇਸ ਗੱਲ ਨੂੰ ਜਾਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਗਏ। ਪਾਤਸ਼ਾਹ ਜੀ ਕਹਿਣ ਲੱਗੇ, ਮਾਮਾ ਜੀ ਆਪ ਜੀ ਸਾਡੇ ਤੋਂ ਵੱਡੇ ਹੋ, ਰਿਸ਼ਤੇ ਵਿੱਚ ਵੀ, ਉਮਰ ਵਿੱਚ ਵੀ, ਤੇ ਵੱਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਆਪ ਜੀ ਫਰਜ਼ੰਦ ਹੋ। ਇਹ ਗੱਲ ਅਯੋਗ ਹੈ, ਪਰ ਫਿਰ ਵੀ ਜੇ ਤੁਹਾਡੀ ਮਰਜ਼ੀ ਹੈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਇੰਜ ਕਹਿ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੁੱਪ ਹੋ ਗਏ। ਬਾਬਾ ਮੋਹਨ ਜੀ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਫੜ ਲਿਆ, ਦੋਵੇਂ ਹੱਥਾਂ ਦੇ ਨਾਲ ਵਾਰ-ਵਾਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਨਤਮਸਤਕ ਨਮਸਕਾਰਾਂ ਕਰ ਰਹੇ ਹਨ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਜਿਵੇਂ ਬਚਨ ਹੋਏ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੋਥੀਆਂ ਦੇ ਦੀਆਂ ਗੁਰਬਾਣੀ ਦੀਆਂ, ਉਹਨਾਂ ਬਚਨਾਂ ਦੇ ਅਨੁਸਾਰ ਬਾਬਾ ਮੋਹਨ ਜੀ ਨੇ ਉਹ ਸਾਰੀ ਹੀ ਪੋਥੀਆਂ ਗੁਰਬਾਣੀ ਦੀਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੱਥ ਵਿੱਚ ਸੌਂਪ ਦਿੱਤੀਆਂ ਤੇ ਕਹਿਣ ਲੱਗੇ, ਹੁਣ ਇਹ ਤੁਹਾਡੀ ਅਮਾਨਤ ਹੈ, ਇਸ ਨੂੰ ਸਾਂਭ ਲਵੋ। ਇੱਥੋਂ ਤੱਕ ਕੱਲ ਰੋਜ਼ ਆਪ ਸਰਬੱਤਰ ਸੰਗਤਾਂ ਨੇ ਵਿਚਾਰ ਸ਼ਰਵਣ ਕੀਤੇ ਸਨ। ਆਓ ਗੁਰੂ ਸੰਗਤ ਜੀ, ਜਿਵੇਂ ਗੁਰੂ ਮਹਾਰਾਜ ਜੀ ਦਾ ਅਗਲਾ ਇਤਿਹਾਸ ਆ ਰਿਹਾ ਹੈ, ਉਸ ਗੁਰ ਇਤਿਹਾਸ ਨੂੰ ਕੰਨਾ ਰੂਪੀ ਡੋਣਿਆਂ ਦੇ ਨਾਲ ਅੰਮ੍ਰਿਤ ਦੇ ਨਿਆਈ ਇਸ ਗੁਰ ਇਤਿਹਾਸ ਨੂੰ ਪੀ ਜਾਣਾ ਕਰੀਏ। ਆਪਣੀਆਂ ਹਾਜ਼ਰੀਆਂ ਦਰਜ ਕਰਾਉਂਦਿਆਂ ਆਖੋ ਗੱਜ ਕੇ ਸਤਨਾਮ। ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਕਾਰਜ ਅਰਜਨ ਗੁਰੂ, ਪਰਮ ਪ੍ਰਸੰਤਾ ਪਾਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਵੇਂ ਵੱਡੇ ਸਤਿਗੁਰੂ ਜੀ ਦਾ ਹੁਕਮ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਦੇ ਸਮਸਤ ਜੀਆਂ ਨੂੰ ਤਾਰਨ ਲਈ ਬਾਣੀ ਦੀ ਰਚਨਾ ਕਰਨੀ ਹੈ, ਉਸ ਹੁਕਮ ਦੇ ਅਨੁਸਾਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਆਗਿਆ ਦੇ ਵਿੱਚ ਰਹਿ ਕਰਕੇ ਬਾਬਾ ਮੋਹਨ ਜੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਾਪਤ ਕਰ ਲਈਆਂ। ਇਹ ਜਿਹੜਾ ਸ਼ੁਭ ਚੰਗਾ ਕਾਰਜ ਹੈ, ਇਸ ਕਾਰਜ ਨੂੰ ਪੂਰਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮਨ ਵਿੱਚ ਬਹੁਤ ਪ੍ਰਸੰਨ ਹੋਏ। ਕਰਿਓ ਚੈਤ ਵੱਡ ਭੀੜ ਕੋ, ਸਭ ਬਾਣੀ ਇੱਕ ਥਾਏ। ਹੁਣ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਜਿਵੇਂ ਬਚਨ ਸਨ, ਉਹਨਾਂ ਬਚਨਾਂ ਦੇ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਸਾਰ ਦੇ ਜੀਆਂ ਨੂੰ ਤਾਰਨ ਲਈ ਇੱਕ ਵਿਸ਼ਾਲ ਬੀੜ ਦੀ ਅਰਥਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਜਿਹੜੀ ਸਾਰੀ ਬਾਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਗੁਰੂ ਅੰਗਦ ਪਾਤਸ਼ਾਹ ਜੀ ਦੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਜਿਹੜੀ ਸਾਰੀ ਬਾਣੀ ਵੱਖ ਵੱਖਰੇ ਗ੍ਰੰਥਾਂ ਦੇ ਵਿੱਚ, ਪੋਥੀਆਂ ਦੇ ਵਿੱਚ ਸੀ।
ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹ ਸਾਰੀ ਬਾਣੀ ਇੱਕ ਥਾਂ ਤੇ ਇਕੱਠੀ ਕਰਕੇ ਇੱਕ ਵਿਸ਼ਾਲ ਸੰਸਾਰ ਦੇ ਜੀਆਂ ਨੂੰ ਤਾਰਨ ਵਾਸਤੇ ਸਰੂਪ ਦੀ ਰਚਨਾ ਕਰਨਾ ਚਾਹੁੰਦੇ ਹਨ। ਚੌਪਈ ਚਲਨ ਸੁਦਾ ਸਰ ਕੀ ਕਰ ਤਿਆਰੀ। ਗੋਬਿੰਦਵਾਲ ਸਾਹਿਬ ਜੀ ਤੋਂ ਬਾਬਾ ਮੋਹਨ ਜੀ ਨੂੰ ਆਗਿਆ ਦੇ ਦਿੱਤੀ ਕਿ ਹੁਣ ਤੁਸੀਂ ਚੌਬਾਰਾ ਸਾਹਿਬ ਵਿੱਚ ਰਹਿਣਾ, ਜਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੈਠਦੇ ਸਨ, ਜਿੱਥੇ ਉਹਨਾਂ ਦਾ ਸਥਾਨ ਸੀ। ਉੱਥੇ ਰਹਿ ਕਰਕੇ ਹੀ ਸਮਾਧੀ ਲਾਉਣੀ, ਪਰਮਾਤਮਾ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਂ ਜਪਣਾ। ਇਹ ਹੁਕਮ ਕਰਕੇ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਤੋਂ ਬਾਬਾ ਮੋਹਨ ਜੀ ਤੇ ਹੋਰ ਸੰਗਤਾਂ ਤੋਂ ਵਿਦਾਈ ਲੈ ਕਰਕੇ ਸੁਦਾਸਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲ ਪਏ। ਸੁਨੀ ਮੋਰੀ ਨੇ ਸੁਧ ਸਾਰੀ। ਜਦੋਂ ਇਸ ਗੱਲ ਦੇ ਬਾਰੇ ਬਾਬਾ ਮੋਹਰੀ ਜੀ ਨੂੰ ਪਤਾ ਲੱਗਿਆ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦੂਜੇ ਫਰਜ਼ੰਦ ਛੋਟੇ ਸਾਹਿਬਜ਼ਾਦੇ ਇੰਨੇ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦਾ ਨਾਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਦਰਜ ਹੈ। ਮੋਹਰੀ ਪੁੱਤ ਸਨਮੁਖ ਹੋਇਆ। ਇਹੋ ਜਿਹੇ ਮਹਾਨ ਪੰਥ ਦੇ ਉੱਚ ਗਿਆਨੀ ਬਾਬਾ ਮੋਹਰੀ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਅਤ ਪ੍ਰਸੰਨ ਮੋਨ ਹੋਏ ਗਈਓ। ਉਹ ਆਪਣੇ ਮਨ ਵਿੱਚ ਬਹੁਤ ਪ੍ਰਸੰਨ ਹੋਏ। ਜਦੋਂ ਇਸ ਗੱਲ ਦਾ ਪਤਾ ਲੱਗਿਆ ਨਾ ਕਿ ਵੱਡੇ ਭਰਾਤਾ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਪੋਥੀਆਂ ਦੇ ਦਿੱਤੀਆਂ, ਜਿਹੜੀ ਪੋਥੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਂਭਣ ਲਈ ਦਿੱਤੀ ਸੀ। ਤੇ ਆਪ ਸਰਬੱਤ ਸੰਗਤਾਂ ਭਲੀ ਪ੍ਰਕਾਰ ਜਾਣੂ ਨੇ, ਬਾਬਾ ਮੋਹਨ ਜੀ ਦਾ ਸੁਭਾਅ ਮਸਤ ਸੀਗਾ, ਕਿਸੇ ਦੇ ਨਾਲ ਜ਼ਿਆਦਾ ਬੋਲਚਾਲ ਨਹੀਂ ਸੀ ਰੱਖਦੇ, ਆਪਣੇ ਵਿੱਚ ਹੀ ਮਸਤ ਰਹਿੰਦੇ ਸੀ। ਜਦੋਂ ਇਸ ਗੱਲ ਦਾ ਪਤਾ ਲੱਗਿਆ ਨਾ ਬਾਬਾ ਮੋਹਰੀ ਜੀ ਨੂੰ, ਉਹ ਆਪਣੇ ਮਨ ਵਿੱਚ ਬਹੁਤ ਪ੍ਰਸੰਨ ਹੋਏ। ਪਰਿਓ ਚਰਨ ਪੁਸਤਕ ਸਭ ਦਈਓ। ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪੈ ਕਰਕੇ ਉਹਨਾਂ ਦੇ ਚਰਨਾਂ ਵਿੱਚ ਆਪਣਾ ਮੱਥਾ ਲਾਇਆ, ਸ਼ੀਸ਼ ਝੁਕਾਇਆ ਹੈ, ਆਪਣੀ ਮਾਫੀ ਮੰਗ ਕੇ ਭੁੱਲ ਨੂੰ ਕਬੂਲ ਕਰ ਲਿਆ ਤੇ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਸੌਂਪ ਦਿੱਤੀਆਂ। ਜਦੋਂ ਇਸ ਗੱਲ ਦਾ ਉਹਨੂੰ ਪਤਾ ਲੱਗਿਆ, ਮਹਾ ਮਸਤ ਜੋ ਕਿਸੇ ਨਾ ਮਾਨੇ। ਜਿਹੜੇ ਮਹਾ ਮਸਤ ਨੇ ਸਦਾ ਮਸਤ ਸੁਭਾਅ ਵਿੱਚ ਹੀ ਰਹਿੰਦੇ, ਕਦੇ ਕਿਸੇ ਦੀ ਗੱਲ ਨਹੀਂ ਮੰਨਦੇ। ਕਈ ਵਾਰੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਕਿਹਾ ਸੀ ਕਿ ਬਚਨ ਮੰਨੀ ਦਾ, ਪਰ ਫਿਰ ਵੀ ਉਹ ਕਿਸੇ ਦੀ ਗੱਲ ਨਹੀਂ ਸੀ ਮੰਨਦੇ। ਆਪਣੇ ਵੱਡੇ ਭਰਾਤਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਨਾ ਬਾਬਾ ਮੋਹਰੀ ਜੀ। ਜਦੋਂ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਮਸਤ ਰਹਿਣ ਵਾਲੇ ਬਾਬਾ ਮੋਹਨ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੋਥੀਆਂ ਦੇ ਦਿੱਤੀਆਂ ਨੇ। ਸਭ ਸੋ ਅਨਰਸ ਬਾਕ ਬਖਾਨੇ। ਸਾਰਿਆਂ ਦੇ ਨਾਲ ਅਨਰਸ ਬਾਕ ਬਖਾਨੇ। ਅਨਰਸ ਦਾ ਅਰਥ ਹੁੰਦਾ ਹੈ ਸਖਤ ਬਚਨ, ਕਠੋਰ ਬਚਨ ਕਰਨੇ, ਕਿਸੇ ਦੇ ਨਾਲ ਵੀ ਸਿੱਧੇ ਬੋਲ ਨਹੀਂ ਬੋਲਣੇ। ਇਹੋ ਜਿਹਾ ਜਿਨ੍ਹਾਂ ਦਾ ਸੁਭਾਅ ਹੈ। ਕਿਮ ਇਨਕੇ ਓਯੋ ਅਨੁਸਾਰੀ। ਬਾਬਾ ਮੋਹਰੀ ਜੀ ਸੋਚਣ ਲੱਗੇ ਕਿ ਕਿਵੇਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਿਆਕਾਰੀ ਹੋ ਗਏ ਹਨ। ਪਤਾ ਨਹੀਂ ਪਰਮਾਤਮਾ ਦਾ ਕੀ ਭਾਣਾ ਵਰਤ ਗਿਆ, ਜਿਹੜੇ ਕਿਸੇ ਦੀ ਵੀ ਗੱਲ ਨੂੰ ਨਹੀਂ ਸੀ ਮੰਨਦੇ। ਅੱਜ ਕੀ ਹੋ ਗਿਆ ਉਹਨਾਂ ਨੂੰ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੱਲ ਮੰਨ ਲਈ ਤੇ ਉਹਨਾਂ ਦੇ ਆਗਿਆ ਵਿੱਚ ਉਹ ਆ ਗਏ। ਕਰੀ ਨਮੋ ਪੁਨ ਚਰਨ ਅਗਾਰੀ। ਇੰਨਾ ਹੀ ਨਹੀਂ, ਕੱਲਾ ਆਗਿਆ ਦੇ ਵਿੱਚ ਹੀ ਨਹੀਂ ਆਏ, ਸਗੋਂ ਉਹਨਾਂ ਨੂੰ ਨਮਸਕਾਰ ਵੀ ਕੀਤੀ, ਉਹਨਾਂ ਦੇ ਚਰਨਾਂ ਉੱਤੇ ਮੱਥਾ ਵੀ ਟੇਕਿਆ ਤੇ ਜਿਵੇਂ ਉਹਨਾਂ ਨੇ ਹੁਕਮ ਕੀਤਾ, ਪੋਥੀਆਂ ਦੇ ਲਈ ਬੇਨਤੀ ਕੀਤੀ, ਉਹਨਾਂ ਦੀ ਬੇਨਤੀ ਨੂੰ ਕਬੂਲ ਕਰਕੇ ਬਾਬਾ ਮੋਹਨ ਜੀ ਨੇ ਸਾਰੀ ਗੁਰਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਦੇ ਦਿੱਤੀਆਂ। ਇਹ ਸਾਰਾ ਕੁਝ ਬਾਬਾ ਮੋਹਰੀ ਜੀ ਆਪਣੇ ਮਨ ਵਿੱਚ ਵਿਚਾਰ ਰਹੇ ਹਨ, ਸੋਚ ਰਹੇ ਹਨ। ਜੋ ਗੁਰ ਰਾਮਦਾਸ ਕੇ ਆਗੇ। ਸੋਚਦੇ ਨੇ ਜਿਨ੍ਹਾਂ ਨੇ ਵੱਡੇ ਸਤਿਗੁਰੂ ਸੋਢੀਆਂ ਦੇ ਕੁਲ ਦੇ ਸਿਰਮੌਰ ਚੌਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਅੱਗੇ ਆਪਣਾ ਸੀਸ ਨਹੀਂ ਨਿਵਾਇਆ। ਜਿਸ ਸਮੇਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ
ਪਦ ਪ੍ਰਾਪਤ ਹੋਇਆ ਨਾ, ਉਸ ਸਮੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਹੁਕਮ ਕੀਤਾ ਸੀ ਬਾਬਾ ਮੋਹਨ ਜੀ ਨੂੰ ਕਿ ਅੱਗੇ ਆ ਕਰਕੇ ਮੱਥਾ ਟੇਕਿਓ, ਸੀਸ ਨਿਵਾਓ, ਕਿਉਂਕਿ ਸਾਡੇ ਵਿੱਚ ਤੇ ਗੁਰੂ ਰਾਮਦਾਸ ਜੀ ਦੇ ਵਿੱਚ ਕੋਈ ਅੰਤਰ ਨਹੀਂ, ਅਸੀਂ ਦੋਵੇਂ ਇੱਕ ਹੀ ਹਾਂ, ਸਾਡੇ ਅੰਦਰ ਤੇ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ। ਉਸ ਸਮੇਂ ਤਾਂ ਇਹ ਅੱਗੇ ਆਏ ਹੀ ਨਹੀਂ, ਇਹਨਾਂ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਵੀ ਸੀਸ ਨਹੀਂ ਨਿਵਾਇਆ ਸੀ, ਤੇ ਹੁਣ ਇਹ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਿਆਕਾਰੀ ਹੋ ਗਏ। ਨਿਮਿਓ ਨਹੀਂ ਪਿਤ ਬਾਕਨ ਤਿਆਗੇ। ਇਹ ਤਾਂ ਉਸ ਸਮੇਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਅੱਗੇ ਵੀ ਇਹਨਾਂ ਨੇ ਮੱਥਾ ਨਹੀਂ ਸੀ ਟੇਕਿਆ। ਸਤਿਕਾਰਯੋਗ ਪਿਤਾ ਜੀ ਗੁਰੂ ਪਿਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਵੀ ਸੀ ਇਹਨਾਂ ਨੇ ਨਹੀਂ ਮੰਨਿਆ ਹੈ। ਜਾਂ ਤੇ ਗੁਰ ਅਰਜਨ ਵਡਿਆਈ। ਇਸ ਲਈ ਬਾਬਾ ਮੋਹਰੀ ਜੀ ਸੋਚਦੇ ਨੇ ਸਮਸਤ ਸੰਸਾਰ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਧਿਕ ਵਡਿਆਈ ਹੈ। ਉਹਨਾਂ ਦੀ ਮਹਿਮਾ ਨੂੰ, ਉਹਨਾਂ ਦੇ ਉਸਤਤ ਨੂੰ ਕੋਈ ਕਥਨ ਨਹੀਂ ਕਰ ਸਕਦਾ। ਆਦ ਨਿਮਰਤਾ ਕੁਛ ਲਖ ਪਾਈ। ਇੰਨੀ ਨਿਮਰਤਾ ਦੇ ਵੀ ਮਾਲਕ ਨੇ, ਤੇਰਾ ਭਾਣਾ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਕਿੰਨੀ ਨਿਮਰਤਾ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ, ਜਿਨ੍ਹਾਂ ਨੂੰ ਗੁਰਿਆਈ ਦਾ ਪਦ ਪ੍ਰਾਪਤ ਹੋਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਹਾ ਸੀ ਨਾ, ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਦੇ ਮਾਲਕ ਹੋਵੋਗੇ। ਦੋਹੇਤਾ ਬਾਣੀ ਦਾ ਬੋਹਿਤਾ, ਇਹ ਬਚਨ ਕੀਤੇ ਸੀ ਵੱਡੇ ਸਤਿਗੁਰੂ ਜੀ ਨੇ। ਇਸ ਲਈ ਇੱਥੇ ਬਾਬਾ ਮੋਹਰੀ ਜੀ ਸੋਚਦੇ ਨੇ ਆਪਣੇ ਮਨ ਅੰਦਰ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਨਿਮਰਤਾ ਦੇ ਮਾਲਕ ਨੇ, ਇਸ ਕਰਕੇ ਉਹਨਾਂ ਨੂੰ ਸੰਸਾਰ ਅੰਦਰ ਇੰਨੀ ਵਡਿਆਈ ਦੀ ਪ੍ਰਾਪਤੀ ਹੋਈ ਹੈ। ਜੋ ਚਾਰੋਂ ਸਤਿਗੁਰ ਮੈਂ ਜੋਤ। ਜਿਹੜੀ ਜੋਤ ਵੱਡੇ ਚਾਰ ਸਤਿਗੁਰੂ ਜੀ ਹੋਏ, ਗੁਰੂ ਨਾਨਕ ਦੇਵ ਮਹਾਰਾਜ, ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ, ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ। ਚੌਹਾਂ ਸਤਿਗੁਰੂ ਸਾਹਿਬ ਜੀ ਦੇ ਵਿੱਚ ਜਿਹੜੀ ਜੋਤ ਵਿਦਿਆਮਾਨ ਸੀ, ਸੋ ਗੁਰ ਅਰਜਨ ਬਿਖੈ ਉਦੋਤ। ਬਾਬਾ ਮੋਹਰੀ ਜੀ ਹੁਣ ਮਨ ਵਿੱਚ ਚੰਗੀ ਤਰ੍ਹਾਂ ਜਾਣ ਗਏ ਕਿ ਉਹੀ ਜੋਤ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਸੀ, ਹੁਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਪ੍ਰਗਟ ਹੋ ਰਹੀ ਹੈ। ਉਹਨਾਂ ਦਾ ਹੀ ਤੇਜ, ਉਹਨਾਂ ਦਾ ਹੀ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਫੈਲ ਰਿਹਾ ਹੈ। ਇਮ ਵਿਚਾਰ ਮੋਹਰੀ ਆਇਓ। ਇਸ ਪ੍ਰਕਾਰ ਆਪਣੇ ਮਨ ਵਿੱਚ ਸੋਚ ਕੇ, ਵਿਚਾਰ ਕਰਕੇ, ਨਿਸ਼ਚੈ ਕਰਕੇ, ਜਿੱਥੇ ਗੋਬਿੰਦਵਾਲ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਡੇਰੇ ਲਾ ਕਰਕੇ ਬੈਠੇ ਸਨ, ਉਥੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆ ਗਏ। ਦੇਖ ਦੂਰਈ ਤੇ ਅਰਖਾਇਓ। ਦੂਰੋਂ ਹੀ ਵੇਖ ਕਰਕੇ ਦੋਵੇਂ ਇੱਕ ਦੂਜਿਆਂ ਨੂੰ ਵੇਖ ਕਰਕੇ ਪ੍ਰਸੰਨ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖਿਆ ਕਿ ਛੋਟੇ ਮਾਮਾ ਜੀ ਆ ਰਹੇ ਹਨ। ਵੇਖ ਕਰਕੇ ਆਪਣੇ ਹਿਰਦੇ ਵਿੱਚ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਜਾਏ ਪ੍ਰਦਛਨਾ ਦੀਨ ਸੁਗੁਰ ਕੀ। ਫਿਰ ਬਾਬਾ ਮੋਹਰੀ ਜੀ ਨੇੜੇ ਆ ਗਏ। ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਉੱਤੇ ਸੀਸ ਨਿਵਾਇਆ, ਮੱਥਾ ਟੇਕਿਆ ਹੈ। ਮੱਥਾ ਟੇਕ ਕਰਕੇ ਉਹਨਾਂ ਦੀਆਂ ਪਰਿਕਰਮਾ ਕੀਤੀਆਂ। ਬੰਦਤ ਪਇਓ ਪ੍ਰੀਤ ਕਰ ਉਰ ਕੀ। ਤੇ ਆਪਣੇ ਮਨ ਦੇ ਨਾਲ ਪ੍ਰੀਤੀ ਲਾ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੋਵੇਂ ਹੱਥ ਬੰਨ ਕੇ ਬਾਬਾ ਮੋਹਰੀ ਜੀ ਨੇ ਨਮਸਕਾਰ ਕੀਤੀ। ਸ਼੍ਰੀ ਅਰਜਨ ਗੁਰ ਗਿਆਨ ਉਦਾਰੇ। ਤੇ ਕਹਿਣ ਲੱਗੇ, ਬੇਨਤੀ ਕਰਦੇ ਨੇ, ਹੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਗਿਆਨ ਦੇ ਪ੍ਰਕਾਸ਼ਮਾਨ ਹੋ, ਸਮਸਤ ਜੀਆਂ ਦਾ ਉद्धार ਕਰਨ ਵਾਲੇ ਹੋ, ਸਾਰੇ ਜੀਆਂ ਤੇ ਆਪ ਜੀ ਕਿਰਪਾ ਕਰਦੇ ਹੋ। ਕਿਰਪਾ ਕਰੋ ਕਰ ਚਲੋ ਹਮਾਰੇ। ਇਸ ਦਾਸ ਦੀ ਵੀ ਬੇਨਤੀ ਨੂੰ ਕਬੂਲ ਕਰੋ। ਸਾਡੀ ਬੇਨਤੀ ਹੈ ਆਪ ਜੀ ਦੇ ਚਰਨਾਂ 'ਚ ਕਿਰਪਾ ਕਰਕੇ ਸਾਡੇ ਘਰ ਵਿੱਚ ਆਪਣੇ ਚਰਨ ਪਾਓ। ਜਥਾ ਬਿਦਰ ਕੇ ਗਏ ਨਿਕੇਤ। ਕਹਿੰਦੇ ਨੇ ਜਿਵੇਂ ਦੁਆਪਰ ਯੁੱਗ ਦੇ ਵਿੱਚ
ਆਪ ਜੀ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਸਰੂਪ ਵਿੱਚ ਅਵਤਾਰ ਧਾਰਨ ਕਰਕੇ ਆਪਣੇ ਦਾਸ ਬਿਦਰ ਦੇ ਘਰ ਵਿੱਚ ਚਰਨ ਪਾਏ ਸੀ। ਗੁਰਬਾਣੀ ਦੇ ਵਿੱਚ ਵੀ ਪ੍ਰਮਾਣ ਹੈ। ਮਾਰੂ ਰਾਗ ਅੰਦਰ ਕਬੀਰ ਜੀ ਦਾ ਸ਼ਬਦ ਹੈ, ਕਥਨ ਕਰਦੇ ਨੇ ਕਬੀਰ ਸਾਹਿਬ ਜੀ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹੇ ਗਰੀਬ ਮੋਹਿ ਭਾਵੇ। ਗੁਰਬਾਣੀ ਦੇ ਬਚਨ ਹੈ ਖਾਲਸਾ ਜੀ। ਉਹੀ ਉਦਾਹਰਨ ਦੇ ਕਰਕੇ ਬਾਬਾ ਮੋਹਰੀ ਜੀ ਦੱਸ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ ਆਪਣੇ ਦਾਸ ਬਿਦਰ ਦਾ ਪ੍ਰੇਮ ਦੇਖ ਕਰਕੇ ਦੁਰਜੋਧਨ ਦੇ ਰਾਜ ਭਾਗ ਨੂੰ ਆਪ ਜੀ ਨੇ ਛੱਡ ਦਿੱਤਾ ਤੇ ਉਹਦੀ ਕੁਟਿਆ ਵਿੱਚ ਜਾ ਕਰਕੇ ਆਪ ਜੀ ਨੇ ਆਪਣੇ ਡੇਰੇ ਲਾਏ ਸਨ। ਇਹੀ ਮੈਨੂੰ ਆਪਣਾ ਦਾਸ ਜਾਣ ਕਰਕੇ ਮੇਰੇ ਘਰ ਵਿੱਚ ਵੀ ਆਪ ਜੀ ਚਰਨ ਪਾਓ। ਦਈ ਬਡਾਈ ਪ੍ਰੀਤ ਸਮੇਤ, ਤੇ ਬੜੇ ਪ੍ਰੀਤੀ ਦੇ ਨਾਲ ਪ੍ਰੇਮ ਦੇ ਨਾਲ ਬਾਬਾ ਮੋਹਰੀ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕਰਨ ਲੱਗੇ। ਉਹਨਾਂ ਦੇ ਅੱਗੇ ਵਾਰ-ਵਾਰ ਬੇਨਤੀਆਂ ਕਰ ਰਹੇ ਹਨ। ਪ੍ਰੇਮ ਹਿਰਦੇ ਕੋ ਦੇਖਨ ਕਰੋ, घट घट के अंतर की जानत, भले बुरे की पीर पछानत, चीटी ते कुंचर अस्थूला, सब पर कृपा दृष्ट कर फूला। पावे ओ हाथी होवे पावे चीटी होवे, समस्त जियां उते किरपा करन वाले ने सच्चे पातशाह। सारियां दे मन दी जानन वाले ने गुरु अर्जन देव महाराज जी। पातशाह जी जान गए बाबे मोहरी जी दे मन दे प्रेम नू, उन्हां दी हृदय दी अभिलाषा नू जान गए। गुरु अमरदास साहब महाराज जी, क्षमा खालसा जी, गुरु अर्जन देव महाराज जी उन्हां दी बेनती नू मन के पातशाह जी फिर बोले, या ते दीन धाम पग तरे। कहन लगे इस गरीब दे दीन दा अर्थ हुंदा है गरीब। किरपा करके पातशाह जी इस गरीब दे घर विच आप जी चरण पाओ। इस प्रकार कर बहु बड़ियाई, इस प्रकार बाबा मोहरी जी ने श्री गुरु अर्जन देव महाराज जी दी अनेक तरीकिਆਂ ਦੇ ਨਾਲ ਉਸਤਤ ਕੀਤੀ, ਉਹਨਾਂ ਦੇ ਮਹਿਮਾ ਨੂੰ ਗਾਇਣ ਕੀਤਾ। ਪਰਿਓ ਅਗਾਰੀ ਪਦ ਲਪਟਾਈ, ਤੇ ਜਿੱਥੇ ਜਿਸ ਥੜੇ ਤੇ ਜਿਸ ਸਥਾਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਸਨ, ਉਸ ਸਥਾਨ ਤੇ ਬਾਬਾ ਮੋਹਰੀ ਜੀ ਲੰਮੇ ਪੈ ਗਏ। ਜਿਵੇਂ ਡੰਡੌਤ ਬੰਦਨਾ ਕਰਦੇ ਨਾ, ਇੰਜ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਨੂੰ ਉਹਨਾਂ ਨੇ ਫੜ ਲਿਆ। ਭਇਓ ਪ੍ਰੇਮ ਤੇ ਬਿਹਬਲ ਭਾਰੀ, ਤੇ ਪ੍ਰੇਮ ਦੇ ਵਿੱਚ ਬਹਿਬਲ ਹੋ ਗਏ। ਇਹਨਾਂ ਹਿਰਦੇ ਦੇ ਵਿੱਚ ਪ੍ਰੇਮ ਜਾਗ ਪਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਤੀ, ਜਿਹਦੇ ਬਾਰੇ ਕਥਨ ਨਹੀਂ ਕੀਤਾ ਜਾ ਸਕਦਾ। ਸ਼੍ਰੀ ਅਰਜਨ ਅਸ ਦਸ਼ਾ ਨਿਹਾਰੀ, ਜਿਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਾਮਾ ਜੀ ਦੀ ਬਾਬਾ ਮੋਹਰੀ ਜੀ ਦੀ ਇਹ ਦਸ਼ਾ ਵੇਖੀ, ਅੰਤਰਜਾਮੀ ਪਾਤਸ਼ਾਹ ਜੀ ਨੇ ਉਹਨਾਂ ਦਾ ਜਦੋਂ ਇਹ ਹਾਲ ਵੇਖਿਆ ਹੈ, ਕੀਨ ਉਠਾਵਨ ਬਾਕ ਬਖਾਨਾ। ਦੋਵਾਂ ਹੱਥਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਚੁੱਕ ਲਿਆ, ਉੱਪਰ ਉਠਾਉਣਾ ਕੀਤਾ। ਉਠਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਹਮਰੇ ਮਾਤੁਲ ਅਹੋ ਮਹਾਨਾ। ਕਹਿੰਦੇ ਨੇ ਮਾਮਾ ਜੀ ਤੁਸੀਂ ਸਾਡੇ ਮਾਮਾ ਹੋ, ਸਤਿਕਾਰਯੋਗ ਹੋ, ਸਾਰਿਆਂ ਤੋਂ ਤੁਸੀਂ ਸਾਡੇ ਲਈ ਸਤਿਕਾਰਯੋਗ ਹੋ। ਸ਼੍ਰੀ ਗੁਰੂ ਅਮਰਦਾਸ ਕੇ ਨੰਦਨ, ਕੱਲੇ ਸਾਡੇ ਮਾਮਾ ਹੀ ਨਹੀਂ, ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਆਪ ਜੀ ਦੂਜੇ ਫਰਜ਼ੰਦ ਸਾਹਿਬਜ਼ਾਦੇ ਵੀ ਹੋ। ਜਿਨ ਦੇਖ ਤੋਏ ਪਾਪ ਨਿਕੰਦਨ, ਜਿਨ੍ਹਾਂ ਨੂੰ ਵੇਖਣ ਦੇ ਮਾਤਰ ਹੀ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਸਾਰੇ ਦੁੱਖ ਸਾਰੇ ਪਾਪ ਨਸ ਜਾਂਦੇ ਹਨ। ਐਸੇ ਗਰੀਬ ਨਿਵਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਆਪ ਜੀ ਸਾਹਿਬਜ਼ਾਦੇ ਹੋ। ਹਮਰੀ ਕੁਲ ਸਭ ਤਿਨ ਕੇ ਦਾਸ, ਸਾਡੇ ਸਾਰੇ ਹੀ ਕੁਲ ਦੇ ਜਿੰਨੇ ਵੀ ਲੋਕ ਨੇ ਸੋਢੀਆਂ ਦੇ ਕੁਲ ਦੇ, ਅਸੀਂ ਸਾਰੇ ਉਹਨਾਂ ਦੇ ਸੇਵਾਦਾਰ, ਉਹਨਾਂ ਦੇ ਦਾਸ ਹਾਂ। ਉਹਨਾਂ ਦੇ ਆਗਿਆ ਦੇ ਵਿੱਚ ਰਹਿ ਕਰਕੇ ਅਸੀਂ ਸਾਰੇ ਕਾਰਜ ਕਰਦੇ ਹਾਂ। ਜਿਨੋ ਕਿਰਪਾ ਤੇ ਭਏ ਪ੍ਰਕਾਸ਼, ਜਿਨ੍ਹਾਂ ਦੇ ਕਿਰਪਾ ਦੇ ਨਾਲ ਹੀ ਸੋਢੀਆਂ ਦੇ ਕੁਲ ਦਾ ਪ੍ਰਕਾਸ਼ ਹੋਇਆ ਹੈ। ਸੋਢੀਆਂ ਦੇ ਕੁਲ ਵਿੱਚ ਇਹ ਗੁਰਿਆਈ ਦੀ ਪ੍ਰਾਪਤੀ ਹੋਈ ਹੈ। ਐਸੇ ਗਰੀਬ ਨਿਵਾਜ
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਨ। ਨਿਸ ਦਿਨ ਤਿਨ ਕੋ ਨਾਮ ਜਪੀਜੇ, ਨਿਸ ਦਿਨ ਰਾਤ ਦਿਨ ਅਸੀਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਨਾਮ ਜਪਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਨਿਤਾਹੀ ਪ੍ਰਤੀ ਅਸੀਂ ਉਹਨਾਂ ਦੇ ਨਾਮ ਨੂੰ ਜਪਦੇ ਹਾਂ। ਜਗ ਗੁਰ ਮੈਦ ਮਹਾਨ ਲਖੀਜੇ, ਸਾਰੇ ਸੰਸਾਰ ਅੰਦਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਮਹਾਨ ਨੇ। ਉਹਨਾਂ ਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ, ਜਿਹੜੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹਨ, ਨੀ ਆਸਰਿਆਂ ਨੂੰ ਆਸਰਾ ਦੇਣ ਵਾਲੇ ਨੇ, ਨੀ ਗੱਤਿਆਂ ਦੀ ਗੱਤ ਰੱਖਣ ਵਾਲੇ, ਨੀ ਪੱਤਿਆਂ ਦੀ ਪੱਤ ਰੱਖਣ ਵਾਲੇ। ਐਸੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਸਮਾਨ, ਜਿਨ੍ਹਾਂ ਦੇ ਬਰਾਬਰ ਹੋਰ ਸੰਸਾਰ ਅੰਦਰ ਦੂਜਾ ਕੋਈ ਹੈ ਨਹੀਂ। ਜਾਂ ਤੇ ਨਮੋ ਉਚਿਤ ਤੁਮ ਅਹੋ, ਇਸ ਲਈ ਬਾਬਾ ਜੀ, ਮਾਮਾ ਮੋਹਰੀ ਜੀ, ਤੁਸੀਂ ਸਾਡੇ ਲਈ ਨਮਸਕਾਰ ਯੋਗ ਹੋ। ਇਹ ਗੱਲ ਸਾਡੇ ਲਈ ਉਚਿਤ ਹੈ ਕਿ ਅਸੀਂ ਆਪ ਜੀ ਨੂੰ ਨਮਸਕਾਰ ਕਰੀਏ। ਇੱਕ ਤਾਂ ਆਪ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੀ ਹੋ ਤੇ ਆਪ ਜੀ ਸਾਡੇ ਰਿਸ਼ਤੇ ਵਿੱਚ ਮਾਮਾ ਜੀ ਵੀ ਹੋ। ਇਸ ਲਈ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ। ਮਮ ਪਦ ਗੈਨ ਅਨੁਚਿਤਾ ਲਹੋ, ਜਿਵੇਂ ਆਪ ਜੀ ਨੇ ਹੁਣ ਆ ਕਰਕੇ ਸਾਡੇ ਚਰਨ ਫੜ ਲਏ, ਸਾਡੇ ਚਰਨਾਂ ਤੇ ਨਮਸਕਾਰ ਕੀਤਾ, ਇਹ ਗੱਲ ਅਯੋਗ ਹੈ, ਇਹ ਗੱਲ ਯੋਗ ਨਹੀਂ। ਸੇਵੋ ਰਜ ਪਗ ਕਮਲ ਤੁਮਾਰੀ, ਅਸੀਂ ਚਾਹੁੰਦੇ ਹਾਂ ਦਿਨ ਪ੍ਰਤੀ ਦਿਨ, ਰਾਤ ਦਿਨ ਅਸੀਂ ਆਪ ਜੀ ਦੇ ਕਮਲ ਫੁੱਲ ਦੇ ਨਿਆਈ ਕੋਮਲ ਚਰਨਾਂ ਦੀ ਸੇਵਾ ਕਰੀਏ। ਆਪ ਜੀ ਦੇ ਚਰਨਾਂ ਦੀ ਧੂੜ ਨੂੰ ਅਸੀਂ ਆਪਣੇ ਮਸਤਕ ਤੇ ਲਾਉਣਾ ਚਾਹੁੰਦੇ ਹਾਂ। ਕਿਰਪਾ ਕਰੋ ਲਖ ਕੈ ਅਨੁਸਾਰੀ, ਕਿਰਪਾ ਕਰੋ ਆਪਣਾ ਅਨੁਸਾਰੀ, ਆਪਣਾ ਆਗਿਆਕਾਰੀ ਜਾਣ ਕਰਕੇ, ਆਪਣਾ ਦਾਸ ਸੇਵਾਦਾਰ ਜਾਣ ਕਰਕੇ। ਸੁਨਤ ਮੋਰੀ ਜੁਗ ਕਰ ਜੋਰੇ, ਐਸੇ ਬਚਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸੋਂ ਬਾਬਾ ਮੋਹਰੀ ਜੀ ਨੇ ਸੁਣੇ, ਸੁਣ ਕੇ ਹਿਰਦੇ ਦੇ ਵਿੱਚ ਪ੍ਰੇਮ ਜਾਗ ਪਿਆ। ਮੋਹਿ ਉਚਿਤ ਤੁਮ ਚਰਨ ਨਿਹੋਰੇ, ਕਹਿਣ ਲੱਗੇ ਇਹ ਗੱਲ ਇਹ ਵੀ ਉਚਿਤ ਨਹੀਂ ਕਿ ਆਪ ਜੀ ਸਾਡੇ ਚਰਨ ਸਪਰਸ਼ ਕਰੋ। ਹੁਣ ਆਪ ਜੀ ਗੁਰਤਾ ਗੱਦੀ ਦੇ ਮਾਲਕ ਹੋ। ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਸੀ, ਉਹੀ ਜੋਤ ਆਪ ਜੀ ਦੇ ਵਿੱਚ ਹੈ। ਤੇ ਇਹ ਗੱਲ ਬਣਦੀ ਹੈ ਕਿ ਅਸੀਂ ਆਪ ਜੀ ਦੇ ਚਰਨਾਂ ਉੱਤੇ ਨਮਸਕਾਰ ਕਰੀਏ, ਆਪ ਜੀ ਨੂੰ ਮੱਥਾ ਟੇਕੀਏ। ਪਾਚਲ ਜਨਮ ਹੁਤੋ ਅਕਰੂਰ, ਫਿਰ ਕਹਿਣ ਲੱਗੇ ਪਿਛਲੇ ਸਮੇਂ ਦੇ ਵਿੱਚ, ਪਿਛਲੇ ਜਨਮਾਂ ਦੇ ਵਿੱਚ, ਜਦੋਂ ਮੈਂ ਇਸ ਸੰਸਾਰ ਦੇ ਵਿੱਚ ਅਕਰੂਰ ਦੇ ਜਨਮ ਵਿੱਚ ਆਇਆ ਸੀ, ਤਬ ਪੀਰਾਵਰ ਕੀਰ ਹਦੂਰ, ਉਸ ਸਮੇਂ ਵੀ ਰਾਜਨ ਮੈਂ ਆਪ ਜੀ ਦੇ ਕੋਲ, ਆਪ ਜੀ ਦੇ ਸੇਵਾ ਦੇ ਵਿੱਚ ਹੀ ਰਹਿ ਕਰਕੇ ਮੈਨੇ ਸਾਰਾ ਸਮਾਂ ਬਤੀਤ ਕੀਤਾ। ਕ੍ਰਿਸ਼ਨ ਚੰਦ ਤੁਮ ਅੰਤਰ ਜਾਮੀ, ਦੁਆਪਰ ਕਾਲ ਦੇ ਅੰਦਰ ਆਪ ਜੀ ਨੇ ਕ੍ਰਿਸ਼ਨ ਜੀ ਦੇ ਸਰੂਪ ਵਿੱਚ ਅਵਤਾਰ ਧਾਰਿਆ ਸੀ। ਰੱਛਕ ਸੇਵਕ ਕੇ ਸਦ ਸੁਆਮੀ, ਤੇ ਜਿਹੜੇ ਜਿੰਨੇ ਵੀ ਤੁਹਾਡੇ ਸੇਵਾਦਾਰ, ਜਿੰਨੇ ਵੀ ਤੁਹਾਡੇ ਸੇਵਕ ਨੇ, ਉਹਨਾਂ ਦੀ ਨਿਤਾਹੀ ਪ੍ਰਤੀ ਆਪ ਜੀ ਰੱਖਿਆ ਕਰਦੇ ਹੋ, ਸਾਰਿਆਂ ਦੀ ਆਪ ਜੀ ਪ੍ਰਤਪਾਲਨਾ ਕਰਦੇ ਹੋ। ਮਣੀ ਕਾਰਣ ਮੁਝ ਤੇ ਭਈ ਭੂਲ, ਕਹਿਣ ਲੱਗੇ ਸਮਤਕ ਮਣੀ ਦੇ ਕਾਰਨ ਮੇਰੇ ਤੋਂ ਜਿਹੜੀ ਪੁੱਲ ਹੋਈ ਸੀ, ਕਿਤਕ ਕਾਲ ਵਰਤਿਓ ਪ੍ਰਤੀਕੂਲ, ਕਾਫੀ ਸਮੇਂ ਤੱਕ ਉਸ ਸਮੇਂ ਮੈਂ ਆਪ ਜੀ ਤੋਂ ਪ੍ਰਤੀਕੂਲ ਰਹਾ। ਪ੍ਰਤੀਕੂਲ ਦਾ ਅਰਥ ਹੁੰਦਾ ਹੈ ਉਲਟ ਰਹਿਣਾ। ਜਿਵੇਂ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਉਹਨਾਂ ਦੇ ਹੁਕਮਾਂ ਦਾ ਪਾਲਣ ਨਹੀਂ ਕਰਨਾ, ਉਹਨਾਂ ਦੀ ਆਗਿਆ ਨਹੀਂ ਮੰਨਣੀ। ਕਹਿਣ ਲੱਗੇ ਕਾਫੀ ਸਮਾਂ ਉਸ ਮਣੀ ਦੇ ਕਰਕੇ ਮੈਂ ਆਪ ਜੀ ਦੇ ਪ੍ਰਤੀਕੂਲ ਰਹਾ, ਆਪ ਜੀ ਤੋਂ ਉਲਟ ਮੈਨੇ ਕਾਰਜ ਕੀਤੇ ਸਨ। ਸੋ ਅਬ ਛਿਮਾ ਧਾਰ ਬਖਸ਼ੀਜੇ, ਕਹਿਣ ਲੱਗੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਪਾਤਸ਼ਾਹ ਜਿਹੜੀ ਭੁੱਲ ਮੈਨੇ ਦੁਆਪਰ ਕਾਲ ਵਿੱਚ ਕੀਤੀ, ਹੁਣ ਇਸ ਕਲਯੁਗ ਦੇ ਵਿੱਚ ਕਲੀ ਕਾਲ ਅੰਦਰ ਉਸ ਮੇਰੀ ਭੁੱਲ ਨੂੰ ਬਖਸ਼ਾ ਲਵੋ, ਮੈਨੂੰ ਬਖਸ਼ ਦਵੋ। ਚਲੋ ਸਦਨ ਮਮ ਇੱਛ ਪੂਰੀ ਜੇ, ਕਿਰਪਾ ਕਰਕੇ ਕ੍ਰੈ ਵਿਖੇ ਚਰਨ ਪਾਓ। ਮਨ ਦੀ ਜਿਹੜੀ ਅਭਿਲਾਸ਼ਾ ਹੈ, ਮਨ ਵਿੱਚ ਜਿਹੜੀ ਮੇਰੀ ਇੱਛਾ ਹੈ,
ਉਸ ਇੱਛਾ ਨੂੰ ਪੂਰੀ ਕਰਨਾ ਕਰੋ। ਅਬ ਕੇ ਵਿਚਰੇ ਹੋਏ ਨਾ ਮੇਲਾ, ਤੇ ਹੁਣ ਆਪ ਜੀ ਤੋਂ ਸਾਡਾ ਵਿਛੋੜਾ ਹੋ ਗਿਆ, ਪਤਾ ਨਹੀਂ ਪਾਤਸ਼ਾਹ ਜੀ ਫਿਰ ਕਦੋਂ ਸਮਾਂ ਆਵੇਗਾ, ਕਦੋਂ ਆਪ ਜੀ ਦੇ ਦਰਸ਼ਨ ਹੋਣਗੇ। ਇੰਨਾ ਚਿਰ ਤੱਕ ਸਾਡੇ ਪ੍ਰਾਣ ਰਹਿਣਗੇ ਕਿ ਨਹੀਂ, ਇੰਨੀ ਆਰ ਬਲਾ ਹੋ ਗਈ ਹੈ, ਪਤਾ ਨਹੀਂ ਉਹ ਕਿਹੜਾ ਸਮਾਂ ਹੋਵੇਗਾ ਜਦੋਂ ਅਸੀਂ ਆਪ ਜੀ ਦੇ ਫਿਰ ਮੁੜ ਕੇ ਦਰਸ਼ਨ ਕਰ ਸਕਾਂਗੇ। ਕਰੋ ਕਿਰਪਾ ਅਬ ਲਿਓ ਸਕੇਲਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਹੁਣ ਕਿਰਪਾ ਕਰਕੇ ਆਪਣੇ ਨਾਲ ਜਿਹੜੀ ਫੌਜ, ਜਿਹੜੀ ਸੰਗਤ ਆਈ ਹੈ, ਇਹਨਾਂ ਨੂੰ ਨਾਲ ਲੈ ਕਰਕੇ ਸਾਡੇ ਗ੍ਰਹਿ ਵਿਖੇ ਆਪ ਜੀ ਚਰਨ ਪਾਓ। ਅੰਤ ਸਮੇਂ ਪਰ ਲੋਕ ਮਝਾਰੀ, ਜਿਹਦੇ ਨਾਲ ਅੰਤ ਦੀ ਵੇਲਾ ਜਦੋਂ ਸਾਡੇ ਸਰੀਰ ਦਾ, ਇਸ ਪੰਚਭੂਤਕ ਦੇਹੀ ਦਾ ਅੰਤ ਹੋਵੇਗਾ, ਉਸ ਸਮੇਂ ਅਸੀਂ ਆਪ ਜੀ ਦੇ ਨਾਲ ਰਹਿ ਸਕਾਂਗੇ। ਨਿਜ ਸਮੀਪ ਰਾਖੋ ਹਿਤ ਧਾਰੀ, ਪਾਤਸ਼ਾਹ ਜੀ ਬੇਨਤੀ ਹੈ, ਬੇਨਤੀ ਕਬੂਲ ਕਰੋ। ਅੰਤ ਦੀ ਵੇਲਾ ਸਾਨੂੰ ਆਪਣੇ ਕੋਲ ਹੀ ਰੱਖਣਾ ਕਰੋ। ਸ਼੍ਰੀ ਅਰਜਨ ਸੁਨ ਕੈ ਤੈ ਸਮੇਂ, ਮਾਮੇ ਮੋਹਰੀ ਦੀਆਂ ਇਹੋ ਜੀਆਂ ਗੱਲਾਂ ਨੂੰ ਸੁਣ ਕਰਕੇ ਉਸ ਵਕਤ, ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੋਲੇ, ਕਯੋ ਅੰਤ ਕੋ ਮਿਲ ਹੈ ਹਮੇ। ਕਹਿਣ ਲੱਗੇ ਫਿਕਰ ਨਾ ਕਰੋ, ਅੰਤ ਦੀ ਵੇਲਾ ਜਦੋਂ ਅੰਤ ਦਾ ਸਮਾਂ ਆਵੇਗਾ, ਨਿਸ਼ਚਿੰਤ ਤੌਰ ਤੇ ਤੁਸੀਂ ਸਾਨੂੰ ਆ ਕਰਕੇ ਮਿਲੋਗੇ। ਸ਼੍ਰੀ ਗੁਰੂ ਅਮਰਦਾਸ ਅਨੁਸਾਰੀ, ਬਸ ਇੱਕ ਹੀ ਗੱਲ ਕਰਨੀ, ਵੱਡੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਆਗਿਆ ਅੰਦਰ ਰਹਿਣਾ, ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਨਹੀਂ ਵਿਸਾਰਨਾ। ਜਿਵੇਂ ਉਹਨਾਂ ਦਾ ਹੁਕਮ ਹੈ ਉਸ ਤਰ੍ਹਾਂ ਹੀ ਭਾਣਾ ਮੰਨ ਕੇ ਉਹਨਾਂ ਦੇ ਹੁਕਮਾਂ ਵਿੱਚ ਰਹਿ ਕਰਕੇ ਸਾਰੇ ਕਾਰਜ ਪੂਰੇ ਕਰਨੇ ਹਨ। ਮਾਨੇ ਬਾਕ ਰਿਓ ਹਿਤ ਧਾਰੀ, ਉਹਨਾਂ ਦੇ ਬਾਕ ਨੂੰ, ਉਹਨਾਂ ਦੇ ਹੁਕਮ ਨੂੰ ਮੰਨੋ, ਉਹਨਾਂ ਬਚਨਾਂ ਉੱਤੇ ਹਿੱਤ ਧਾਰ ਕੇ ਚੱਲਣਾ ਕਰੋ। ਜਿਵੇਂ ਬਚਨ ਕਹੇ ਸਨ ਨਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ, ਜਦੋਂ ਗੁਰਤਾ ਗੱਦੀ ਦਿੱਤੀ, ਉਸ ਸਮੇਂ ਕਿਹਾ ਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਬਾ ਮੋਹਰੀ ਜੀ ਨੂੰ। ਅੱਗੇ ਆ ਕਰਕੇ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਨਮਸਕਾਰ ਕੀਤੀ, ਫਿਰ ਬਾਬਾ ਬੁੱਢਾ ਜੀ ਆਏ ਤੇ ਫਿਰ ਸਾਰੀ ਸੰਗਤ ਨੇ ਵੀ ਆ ਕਰਕੇ ਨਮਸਕਾਰ ਕੀਤੀ। ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਵੰਸ਼ ਵੀ ਵਧੇਗੀ, ਸਮਸਤ ਸੰਸਾਰ ਦੇ ਵਿੱਚ ਤੁਹਾਡਾ ਨਾਂ ਹੋਵੇਗਾ। ਅਨੇਕ ਪ੍ਰਕਾਰ ਦੇ ਵਰ ਦੇ ਕਰਕੇ ਨਿਵਾਜਿਆ ਸੀ। ਉਹ ਸਾਰੇ ਵਰਾਂ ਨੂੰ, ਸਾਰੇ ਬਚਨਾਂ ਨੂੰ ਹੁਣ ਇੱਥੇ ਯਾਦ ਕਰਕੇ ਸ਼੍ਰੀ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਆਗਿਆ ਵਿੱਚ ਰਹਿਣਾ, ਤੁਹਾਡਾ ਜੀਵਨ ਦਾ ਉद्धार ਹੋ ਜਾਵੇਗਾ। ਤਬ ਹੂੰ ਬਖਸ਼ੇ ਸਰਬ ਪ੍ਰਕਾਰਾ, ਜੇ ਆਪ ਜੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਆਗਿਆ ਵਿੱਚ ਰਹੋਗੇ ਤਾਂ ਮਾਮਾ ਜੀ, ਜਿੰਨੇ ਵੀ ਤੁਹਾਡੇ ਔਗੁਣ ਨੇ, ਜਿੰਨੇ ਵੀ ਸਾਰੇ ਪਾਪ ਨੇ, ਦੁੱਖ ਨੇ, ਇਹ ਸਾਰੇ ਨਸ ਜਾਣਗੇ, ਸਾਰੇ ਖਤਮ ਹੋ ਜਾਣਗੇ। ਸਦਾ ਸਮੀਪੀ ਰਹੇ ਹਮਾਰਾ, ਤੇ ਅਸੀਂ ਸਦਾ ਆਪ ਜੀ ਦੇ ਨੇੜੇ ਹੀ ਹਾਂ। ਸਰੀਰ ਕਰਕੇ ਜੇ ਆਪ ਜੀ ਤੋਂ ਵਿਛੋੜਾ ਵੀ ਹੋ ਜਾਵੇ, ਪਰ ਆਤਮਕ ਤੌਰ ਤੇ ਅਸੀਂ ਆਪ ਜੀ ਦੇ ਨਾਲ ਹੀ ਹਾਂ। ਇਮ ਕੈ ਭੇ ਪ੍ਰਸੰਨ ਜਗਨਾਥ, ਇਸ ਪ੍ਰਕਾਰ ਦੇ ਬਚਨ ਕਹਿ ਕਰਕੇ ਜਗ ਦੇ ਨਾਥ ਜਗਨਨਾਥ ਸੁਆਮੀ, ਸਾਰਿਆਂ ਜੀਆਂ ਦਾ ਉद्धार ਕਰਨ ਵਾਲੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਪ੍ਰਸੰਨ ਹੋ ਗਏ। ਗਮਨੇ ਸਦਨ ਮੋਹਰੀ ਸਾਥ, ਜਿਵੇਂ ਬਾਬੇ ਮੋਹਰੀ ਨੇ ਬੇਨਤੀ ਕੀਤੀ, ਉਸ ਬੇਨਤੀ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਪੋਥੀਆਂ ਨੂੰ ਨਾਲ ਲੈ ਕਰਕੇ ਤੇ ਹੋਰ ਸਾਰੇ ਸਿੱਖ ਸੇਵਾਦਾਰਾਂ ਨੂੰ ਨਾਲ ਲੈ ਕਰਕੇ ਬਾਬਾ ਮੋਹਰੀ ਜੀ ਦੇ ਘਰ ਵਿੱਚ ਚੱਲ ਪਏ। ਮਾਤੁਲ ਕੀ ਪਤਨੀ ਸੰਗ ਮਿਲੇ, ਆਦਰ ਸਤਿਕਾਰ ਦੇ ਨਾਲ ਬਾਬੇ ਮੋਹਰੀ ਜੀ ਦੀ ਜਿਹੜੀ ਘਰਵਾਲੀ ਹੈ, ਉਹਨਾਂ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਿਲਣਾ ਕੀਤਾ। ਤੂਰਨ ਉਠੀ ਹਰਖ ਕਰ ਭਲੇ, ਜਦੋਂ ਦੂਰੋਂ ਵੇਖਿਆ ਨਾ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਰਹੇ ਹਨ, ਉਹੀ ਸਰੂਪ ਹੈ ਜਿਹੜਾ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਸੀ, ਉਹੀ ਸਰੂਪ ਹੈ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ। ਨਾਲ ਇਕੱਠੇ ਰਹਿ ਕਿੰਨਾ ਸਮਾਂ,
ਜਦੋਂ ਉਹੀ ਸਰੂਪ ਵਿੱਚ ਦਰਸ਼ਨ ਹੋਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਉਸ ਸਮੇਂ ਬਾਬੇ ਮੋਹਰੀ ਜੀ ਦੀ ਘਰਵਾਲੀ ਆਪਣੇ ਸਥਾਨ ਤੋਂ ਉੱਠ ਗਈ। ਉੱਠ ਕਰਕੇ ਉਹ ਵੀ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਨ ਲਈ, ਬੰਦਨਾ ਕਰਨ ਲਈ ਅੱਗੇ ਚੱਲ ਕਰਕੇ ਆ ਗਏ। ਨਮੋ ਕਰਤ ਕੋ ਆਸ਼ਿਕ ਦੀਨੀ। ਪਾਤਸ਼ਾਹ ਜੀ ਨੇ ਅੱਗੇ ਤੋਂ ਉਹਨਾਂ ਨੂੰ ਨਮਸਕਾਰ ਕੀਤਾ, ਰਿਸ਼ਤੇ ਵਿੱਚ ਵੱਡੇ ਨੇ, ਸਤਿਕਾਰ ਕੀਤਾ, ਨਮਸਕਾਰ ਕੀਤੀ। ਤੇ ਬਾਬੇ ਮੋਹਰੀ ਜੀ ਦੇ ਘਰਵਾਲੀ ਨੇ ਗੁਰੂ ਸਾਹਿਬ ਜੀ ਨੂੰ ਆਸ਼ੀਰਵਾਦ ਦਿੱਤੀਆਂ। ਪੁਨੇ ਨਿਛਾਵਰ ਕਰਤੇ ਕੀਨ। ਤੇ ਵਾਰ-ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਵਾਰਨੇ ਕਰਦੇ ਨੇ, ਪਹਿ ਨਿਛਾਵਰ ਕਰਦੇ ਹਨ, ਕਿਉਂਕਿ ਬਚਪਨ ਵਿੱਚ ਕਾਫੀ ਸਮਾਂ ਨਾਲ ਰਹੇ, ਗੋਦ ਵਿੱਚ ਖਿਡਾਉਂਦੇ ਸੀ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜਾਣਦੇ ਸਨ ਚੰਗੀ ਤਰ੍ਹਾਂ। ਇਸ ਲਈ ਕਾਫੀ ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਉਹਨਾਂ ਨੇ ਵਾਰਣੇ ਕੀਤੇ। ਵਸਤਰ ਵਿਭੂਖਨ ਦਰਬ ਵਿਸਾਲਾ। ਵਸਤਰ, ਗਹਿਣੇ, ਧਨ ਇਤਿਆਦਿ ਕਾਫੀ ਅਨਮੋਲ ਵਸਤੂਆਂ ਸਾਰੇ ਹੀ ਵਾਰਣੇ ਕਰਕੇ ਵਾਰ ਵਾਰ ਕਰ ਦੇ ਤਿਸ ਕਾਲਾ। ਵਾਰ ਵਾਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਈਂ ਜਿਹੜੇ ਗਰੀਬ ਮੰਗਣ ਵਾਲੇ ਲੋਕ ਆਏ ਸਨ ਉਹਨਾਂ ਨੂੰ ਦੇ ਦਿੱਤੇ। ਬੂਜੀ ਕੁਸ਼ਲ ਮధుਰ ਬਚ ਸੰਗਾ। ਤੇ ਬੜੇ ਪ੍ਰੇਮ ਤੇ ਪਿਆਰ ਨਾਲ ਫਿਰ ਉਹਨਾਂ ਦੇ ਤਾਈਂ ਸੁਖ ਸਾਂਦ ਪੁੱਛਣਾ ਕੀਤੀ। ਸੁਖ ਕੇ ਸਹਿਤ ਆਏ ਸ਼ੁਭ ਗੰਗਾ। ਕਹਿਣ ਲੱਗੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਮਹਿਲ ਸਤਕਾਰਯੋਗ ਮਾਤਾ ਗੰਗਾ ਜੀ ਉਹ ਕਿਸ ਤਰ੍ਹਾਂ ਦੇ ਨੇ, ਸਾਰਾ ਕੁਝ ਰਾਜੀ ਖੁਸ਼ੀ ਹੈ ਕਿ ਨਹੀਂ, ਉਹਨਾਂ ਦੀ ਸੁਖ ਸ਼ਾਂਤ ਹੈ ਕਿ ਨਹੀਂ। ਪੁੱਤਰ ਤੁਮਾਰੋ ਹਰ ਗੋਬਿੰਦ। ਤੁਹਾਡੇ ਪੁੱਤਰ ਜੀ ਦਲ ਭੰਜਨ ਗੁਰਸੂਰਮਾ, ਬੰਦੀ ਛੋੜ ਦਾਤਾ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਬਾਲ ਅਵਸਥਾ ਦੇ ਵਿੱਚ ਨੇ, ਉਹਨਾਂ ਦਾ ਹਾਲ ਕਿਸ ਤਰ੍ਹਾਂ ਦਾ ਹੈ। ਬਾਲ ਅਵਸਥਾ ਅਹੇ ਆਨੰਦ। ਜਿਹੜੇ ਬਾਲ ਅਵਸਥਾ ਦੇ ਵਿੱਚ ਹੀ ਕਈ ਪ੍ਰਕਾਰ ਦੇ ਕੌਤਕ ਕਰ ਰਹੇ ਹਨ, ਉਹ ਸਾਰੇ ਰਾਜੀ ਖੁਸ਼ੀ ਹੈ ਕਿ ਨਹੀਂ, ਆਨੰਦ ਵਿੱਚ ਹੈ ਕਿ ਨਹੀਂ। ਕੁਸ਼ਲੀ ਸਕਲ ਅਪਰ ਪਰਵਾਰਾ। ਹੋਰ ਵੀ ਜਿਹੜੇ ਸਾਰੇ ਪਰਿਵਾਰ ਦੇ ਜੀਅ ਨੇ ਉਹਨਾਂ ਦੇ ਬਾਰੇ ਬਾਬੇ ਮੋਹਰੀ ਜੀ ਨੇ ਤੇ ਉਹਨਾਂ ਦੀ ਜਿਹੜੀ ਘਰਵਾਲੀ ਹੈ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਣਾ ਕੀਤਾ। ਸਭ ਸੁਖ ਸਾਥ ਸ਼ਰੀਰ ਤੁਮਾਰਾ। ਸਾਰੇ ਤਰੀਕਿਆਂ ਦੇ ਨਾਲ ਆਪ ਜੀ ਦਾ ਸਰੀਰ ਸੁਖ ਸਾਂਤ ਹੈ ਕਿ ਨਹੀਂ। ਹੋਰ ਵੀ ਜਿਹੜੇ ਲੋਕ ਤੁਹਾਡੇ ਘਰ ਵਿੱਚ ਰਹਿੰਦੇ ਹਨ ਉਹਨਾਂ ਦੇ ਬਾਰੇ ਵੀ ਪੁੱਛਿਆ ਹੈ। ਸ਼੍ਰੀ ਅਰਜਨ ਸੁਨ ਕੈ ਸਭ ਸ਼੍ਰੋਣ। ਜਦੋਂ ਆਪਣੇ ਕੰਨਾਂ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬੇ ਮੋਹਰੀ ਜੀ ਦੇ ਘਰਵਾਲੀ ਦੀਆਂ ਇਹੋ ਜੀਆਂ ਬੇਨਤੀਆਂ ਸੁਣੀਆਂ, ਤਯੋ ਕਿਰਪਾ ਤੁਮਰੀ ਸੁਖ ਪਾਉਨ। ਕਹਿਣ ਲੱਗੇ ਮਾਮੀ ਜੀ ਆਪ ਜੀ ਦੀ ਕਿਰਪਾ ਹੈ, ਆਪ ਜੀ ਦਾ ਆਸ਼ੀਰਵਾਦ ਹੈ, ਆਪ ਜੀ ਦੇ ਆਸ਼ੀਰਵਾਦ ਦੇ ਸਦਕਾ ਘਰ ਵਿੱਚ ਸਾਰਾ ਰਾਜੀ ਖੁਸ਼ੀ ਹੈ। ਤੁਮ ਹੋ ਬੜੇ ਆਸ਼ਿਖਾ ਦੇਉ। ਆਪ ਜੀ ਵੱਡੇ ਹੋ, ਆਪ ਜੀ ਦੇ ਕਰਕੇ ਹੀ ਸਾਨੂੰ ਆਸ਼ੀਰਵਾਦ ਦੀ ਪ੍ਰਾਪਤੀ ਹੋਈ ਹੈ, ਜਿਸ ਦੇ ਨਾਲ ਸਾਡੇ ਘਰ ਵਿੱਚ ਸਾਰਾ ਕੁਝ ਸੁਖ ਸਾਂਦ ਹੈ। ਜਾਂ ਤੇ ਸਭ ਸੁਖ ਹਮਰੇ ਗ੍ਰੇਹੂ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ, ਹੋਰ ਵੀ ਜਿੰਨੇ ਪਰਿਵਾਰ ਦੇ ਲੋਕ ਨੇ ਸਾਰੇ ਖੁਸ਼ੀ ਦੇ ਨਾਲ ਘਰ ਵਿੱਚ ਰਹਿ ਰਹੇ ਹਨ। ਇਮ ਸੁਨ ਮਾਤੁਲ ਪਤਨੀ ਫੇਰ। ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਸ ਤੋਂ ਇਹੋ ਜੀਆਂ ਬਚਨ ਬਾਬੇ ਮੋਹਰੀ ਜੀ ਦੀ ਘਰਵਾਲੀ ਨੇ ਸੁਣਿਆ ਤਾਂ ਫੇਰ ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਉਹਨਾਂ ਨੂੰ ਬੇਨਤੀ ਕਰਨ ਲੱਗੇ। ਕੈ ਕਰੁਣਾ ਜੁਤ ਬਾਕ ਬਡੇਰ। ਬੜੇ ਪ੍ਰੇਮ ਵਿੱਚ ਆ ਕਰਕੇ ਕਿਰਪਾ ਦੇ ਨਾਲ ਬੋਲੇ। ਰਾਮਦਾਸ ਅਰ ਬੀਬੀ ਭਾਨੀ। ਪਿਤਾ ਸਤਿਗੁਰੂ, ਵੱਡੇ ਸਤਿਗੁਰੂ, ਸੋਢੀਆਂ ਦੇ ਕੁਲ ਦੇ ਸਿਰਮੌਰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੇ ਉਹਨਾਂ ਦੇ ਅਤੀ ਸਤਿਕਾਰਯੋਗ ਮਹਿਲ ਬੀਬੀ ਭਾਣੀ ਜੀ। ਗਮਨੇ ਜੁਗ ਬੈਕੁੰਠ ਸਥਾਨੀ। ਕਹਿਣ ਲੱਗੇ ਜਦੋਂ ਤੋਂ ਦੋਵੇਂ ਸੱਚਖੰਡ ਗਮਨ ਕਰ ਗਏ ਨੇ, ਜਿਸ ਸਮੇਂ ਤੋਂ
ਜਦੋਂ ਤੋਂ ਦੋਵੇਂ ਬੈਖੁੰਡ ਪਿਆਨਾ ਕਰ ਗਏ ਹਨ। ਤਬ ਤੇ ਤੁਮਨੇ ਹਮੇ ਭੁਲਾਇਓ। ਕਹਿੰਦੇ ਗੁਰੂ ਜੀ ਉਸ ਸਮੇਂ ਤੋਂ ਬਾਅਦ ਤੁਸਾਂ ਨੇ ਤਾਂ ਸਾਨੂੰ ਭੁਲਾ ਹੀ ਦਿੱਤਾ, ਸਾਡੀ ਕੋਈ ਸੁਧ ਖਬਰ ਨਹੀਂ ਲੈਂਦੇ, ਨਾ ਹੀ ਆਪ ਜੀ ਕਦੇ ਆਪ ਜੀ ਦੀ ਕੋਈ ਖਬਰ ਸਾਨੂੰ ਭੇਜਦੇ। ਉਹੀ ਆਖਰੀ ਸਮਾਂ ਸੀ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅਤੇ ਮਾਤਾ ਭਾਨੀ ਜੀ ਆਪ ਜੀ ਦੇ ਕੋਲ ਸਨ। ਉਸ ਸਮੇਂ ਹੀ ਅਸਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਸੀ। ਕਾਫੀ ਲੰਬਾ ਸਮਾਂ ਹੋ ਗਿਆ ਹੈ, ਆਪ ਜੀ ਨੇ ਤਾਂ ਸਾਡੀ ਕੋਈ ਖਬਰ ਹੀ ਨਹੀਂ ਲਈ। ਕਬੂ ਨ ਕੁਛ ਸੰਦੇਸ਼ ਪਠਾਇਓ। ਕਦੇ ਕੋਈ ਸੰਦੇਸ਼ ਕੋਈ ਸੁਨੇਹਾ ਵੀ ਸਾਨੂੰ ਨਹੀਂ ਭੇਜਦੇ। ਮਿਲੇ ਨਾ ਪ੍ਰੇਮ ਧਾਰ ਕਬ ਆਈ। ਅਤੇ ਕਦੇ ਪ੍ਰੇਮ ਦੇ ਨਾਲ ਪ੍ਰੀਤੀ ਦੇ ਨਾਲ ਸਾਨੂੰ ਮਿਲਣ ਲਈ ਵੀ ਤੁਸੀਂ ਆਉਂਦੇ ਨਹੀਂ ਹੋ। ਮਨੋ ਤਿਆਗ ਕੀਨੋਏ ਸਥਾਈ। ਇਹ ਸਾਰਾ ਕੁਝ ਵੇਖ ਕਰਕੇ ਸਾਨੂੰ ਇੰਜ ਜਾਪਦਾ ਹੈ ਕਿ ਤੁਸਾਂ ਨੇ ਤਾਂ ਸਾਨੂੰ ਇਸ ਥਾਂ ਤੇ ਕਿਸੇ ਕੋਈ ਸਥਾਨ ਤੇ ਹੀ ਤਿਆਗ ਦਿੱਤਾ, ਸਾਨੂੰ ਤਿਆਗ ਕੇ ਤੁਸੀਂ ਭੁੱਲ ਗਏ ਹੋ। ਇਮ ਬੋਲਤ ਰੋਦਨ ਕੋ ਠਾਨਾ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀਆਂ ਕਰਦਿਆਂ ਹੋਇਆਂ ਬਾਬੇ ਮੋਹਰੀ ਜੀ ਦੀ ਘਰਵਾਲੀ ਰੋਣ ਲੱਗੀ। ਸਿਮਰ ਸਿਮਰ ਪਾਚਲ ਸੁਖ ਨਾਨਾ। ਯਾਦ ਕਰਦੇ ਨੇ ਜਿਹੜੇ ਕੌਤਕ ਪਿਛਲੇ ਸਮੇਂ ਦੇ ਵਿੱਚ ਕਰਦੇ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਗੋਬਿੰਦਵਾਲ ਸਾਹਿਬ ਵਿੱਚ ਜਿਹੜੇ ਕੌਤਕ ਕਰਦੇ ਸੀ ਨਾ, ਸਾਰੇ ਹੀ ਬੜੇ ਪ੍ਰੇਮ ਨਾਲ ਰਹਿੰਦੇ। ਗੁਰੂ ਰਾਮਦਾਸ ਸਾਹਿਬ ਮਹਾਰਾਜ, ਬੀਬੀ ਭਾਣੀ ਜੀ, ਬਾਬਾ ਪ੍ਰਿਥੀ ਚੰਦ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਹੋਰ ਵੀ ਜਿੰਨੇ ਨੇ ਸਾਰੇ ਬੜੇ ਪ੍ਰੇਮ ਤੇ ਪਿਆਰ ਨਾਲ ਜਿਹੜੇ ਰਹਿੰਦੇ ਸੀ। ਉਹਨਾਂ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਮਨ ਵਿੱਚ ਬੜਾ ਵਿਰਲਾਪ ਕਰਨ ਲੱਗੇ। ਸਭ ਪਰਿਵਾਰ ਮਿਲਿਓ ਤਬ ਰਹਿਓ। ਕਹਿੰਦੇ ਪਿਛਲੇ ਸਮੇਂ ਦੇ ਵਿੱਚ ਸਾਰਾ ਹੀ ਪਰਿਵਾਰ ਬੜੇ ਪ੍ਰੇਮ ਤੇ ਪਿਆਰ ਨਾਲ ਇਕੱਠਾ ਰਹਿੰਦਾ ਸੀ। ਅਬੇ ਵਿਛੋਇਆ ਕਿਤਨਕ ਲਹਿਓ। ਹੁਣ ਇਹ ਜਿਹੜਾ ਵਿਛੋੜਿਆ ਹੋਇਆ ਹੈ ਕਾਫੀ ਲੰਬੇ ਸਮੇਂ ਦਾ, ਪਤਾ ਨਹੀਂ ਗੁਰੂ ਜੀ ਕਿੰਨਾ ਚਿਰ ਹੋਰ ਲੱਗੇਗਾ ਇਸ ਵਿਛੋੜੇ ਨੂੰ। ਕਾਫੀ ਲੰਮੇਰੇ ਸਮੇਂ ਤੋਂ ਬਾਅਦ ਸਾਨੂੰ ਆਪ ਜੀ ਦੇ ਦਰਸ਼ਨ ਹੋਏ ਹਨ। ਭਲੇ ਅਨੁਕੁਲ ਕੇ ਭੂਖਨ ਪਾਸ। ਵੱਡੇ ਸਤਿਗੁਰੂ ਭੱਲਿਆਂ ਦੇ ਕੁਲ ਦੇ ਆਭੂਸ਼ਣ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਤੀਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਉਹਨਾਂ ਦੀ ਮਹਿਮਾ ਦੇ ਬਾਰੇ ਕੋਈ ਕਥਨ ਨਹੀਂ ਕਰ ਸਕਦਾ। ਸਭ ਇਕੱਠੇ ਰਹਿ ਏਕ ਆਵਾਸ। ਜਿੰਨਾ ਚਿਰ ਗੁਰੂ ਮਹਾਰਾਜ ਜੀ ਇੱਥੇ ਗੋਬਿੰਦਵਾਲ ਸਾਹਿਬ ਵਿੱਚ ਰਹਿੰਦੇ ਸੀ, ਉਹਨਾਂ ਚਿਰ ਤੱਕ ਅਸੀਂ ਸਾਰੇ ਇਕੱਠੇ ਇੱਕ ਥਾਂ ਤੇ ਹੀ ਮਿਲ ਕਰਕੇ ਬੜੇ ਪ੍ਰੇਮ ਤੇ ਪਿਆਰ ਨਾਲ ਰਹਿੰਦੇ ਸੀ। ਅਬ ਅਸ ਸਮਾ ਮਿਲਨ ਕਬ ਹੋਵਾ। ਕਹਿਣ ਲੱਗੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਹੁਣ ਇਹੋ ਜਿਹਾ ਸਮਾਂ ਸਾਨੂੰ ਮੁੜ ਕੇ ਕਦੋਂ ਪ੍ਰਾਪਤ ਹੋਵੇਗਾ। ਪਤਾ ਨਹੀਂ ਇਹੋ ਜਿਹਾ ਮਹਾਨ ਸਮਾਂ, ਪਵਿੱਤਰ ਸਮਾਂ ਜਦੋਂ ਅਸੀਂ ਸਾਰੇ ਇਕੱਠੇ ਰਹਾਂਗੇ, ਉਹ ਸਮਾਂ ਸਾਨੂੰ ਮੁੜ ਕੇ ਕਦੋਂ ਪ੍ਰਾਪਤ ਹੋਵੇਗਾ। ਬਹੁ ਦਿਨ ਮੈਂ ਤੁਮ ਦਰਸ਼ਨ ਜੋਆ। ਕਾਫੀ ਲੰਮੇ ਸਮੇਂ ਤੋਂ ਬਾਅਦ, ਕਾਫੀ ਦਿਨਾਂ ਤੋਂ ਬਾਅਦ ਹੁਣ ਸਾਨੂੰ ਸਿਰਫ ਆਪ ਜੀ ਦੇ ਹੀ ਦਰਸ਼ਨ ਹੋਏ ਹਨ। ਮਾਤੁਲ ਪਤਨੀ ਰੋਦਤ ਹੇਰੀ। ਮਾਤਾ ਜੀ ਇਹ ਸਾਰਾ ਕੁਝ ਕਹਿ ਕਰਕੇ, ਬਾਬੇ ਮੋਹਰੀ ਜੀ ਦੀ ਘਰਵਾਲੀ ਇਹ ਸਾਰਾ ਕੁਝ ਕਹਿ ਕਰਕੇ ਰੋਣ ਲੱਗੇ। ਸ਼੍ਰੀ ਗੁਰ ਨੇਤਰ ਅਸ਼ਰ ਤਬ ਗੇਰੀ। ਸਾਰਾ ਕੁਝ ਜਦੋਂ ਵੇਖਿਆ ਨਾ ਤਾਂ ਪਾਤਸ਼ਾਹ ਜੀ ਵੀ ਵੈਰਾਗ ਵਿੱਚ ਆ ਗਏ। ਫਸੇ ਮੋ ਨਰ ਰੋਦਤ ਜੈਸੇ। ਜਿਵੇਂ ਕੋਈ ਮਨੁੱਖ ਮੋਹ ਦੇ ਵਿੱਚ ਫਸਿਆ ਹੋਵੇ ਤਾਂ ਉਹ ਅੱਗੇ ਨਹੀਂ ਜਾ ਸਕਦਾ, ਉਹ ਕਿੰਨਾ ਵਿਰਲਾਪ ਕਰਦਾ। ਇੰਜ ਹੀ ਬਾਬੇ ਮੋਹਰੀ ਜੀ ਦੀ ਘਰਵਾਲੀ ਰੋਣ ਲੱਗੀ। ਛਾਇਓ ਨੀਰ ਬਿਲੋਚਨ ਤੈਸੇ। ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਹਨ, ਅੱਖਾਂ ਦੇ ਵਿੱਚ ਪਾਣੀ ਭਰ ਆਇਆ। ਦੀਰਘ ਸਵਾਸ ਲੇਤ ਬਹੁ ਬਾਰੀ। ਵਾਰ-ਵਾਰ ਲੰਬੇ-ਲੰਬੇ ਸਵਾਸ ਲੈ ਰਹੇ ਹਨ। ਮੁਖ ਪਰ ਪੁਲਤ ਅਸ਼ਰੂ ਕੋ ਬਾਰੀ। ਸਾਰੇ ਮੁਖ ਉੱਥੇ ਹੰਝੂ ਆ ਗਏ। ਜਿੰਨਾ ਚਿਹਰਾ ਹੈ ਉਹ ਸਾਰੇ ਮੁਖੇ ਉੱਤੇ ਸਾਰਾ ਪਾਣੀ ਆ ਗਿਆ, ਹੰਝੂ ਆ ਗਏ ਹਨ। ਨਿਜ ਪਤਨੀ
ਅਰ ਗੁਰ ਕੋ ਹੀਰਾ। ਜਦੋਂ ਇਹ ਸਾਰਾ ਕੁਝ ਵੇਖਿਆ ਨਾ, ਬਾਬੇ ਮੋਹਰੀ ਜੀ ਨੇ ਵੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਵੈਰਾਗ ਵਿੱਚ ਆ ਗਏ ਤੇ ਉਹਨਾਂ ਦੀ ਧਰਮ ਸੁਪਤਨੀ ਉਹ ਤਾਂ ਕਾਫੀ ਰੋ ਰਹੀ ਹੈ, ਵਿਰਲਾਪ ਕਰ ਰਹੀ ਹੈ। ਇਹ ਸਾਰਾ ਕੁਝ ਜਦੋਂ ਬਾਬੇ ਮੋਹਰੀ ਨੇ ਵੇਖਿਆ, ਬਾਕ ਮੋਰੀ ਕਹਿ ਤਿਸਵੀਰਾ। ਉਸ ਸਮੇਂ ਫਿਰ ਬਾਬਾ ਮੋਹਰੀ ਜੀ ਕਹਿਣ ਲੱਗੇ, ਰੋਦਨ ਐਸੀ ਕਿਉਂ ਤੁਮ ਠਾਨਾ। ਕਹਿੰਦੇ ਤੁਸੀਂ ਕਾਦੇ ਲਈ ਇਹਨਾਂ ਰੋਦਨ ਕਰ ਰਹੇ ਹੋ, ਕਾਦੇ ਲਈ ਇਹਨਾਂ ਵਿਰਲਾਪ ਕਰ ਰਹੇ ਹੋ। ਜਗਤ ਮੇਲ ਨਦ ਤਰੀ ਸਮਾਨਾ। ਸੰਸਾਰ ਦੇ ਵਿੱਚ ਜਿਹੜਾ ਮਨੁੱਖ ਜਨਮ ਲੈ ਕਰਕੇ ਆਉਂਦਾ ਹੈ, ਇੱਕ ਨਾ ਇੱਕ ਦਿਨ ਸਮਾਂ ਪਾ ਕਰਕੇ ਉਹਨੂੰ ਇਸ ਸੰਸਾਰ ਨੂੰ ਤਿਆਗ ਕੇ ਜਾਣਾ ਹੀ ਪੈਂਦਾ। ਕੋਈ ਇਸ ਸੰਸਾਰ ਦੇ ਵਿੱਚ ਅਟਲ ਨਹੀਂ। ਜਿਵੇਂ ਨਦੀ ਹੋਵੇ, ਨਦੀ ਦੇ ਵਿੱਚ ਇੱਕ ਨਹੀਂ ਕਈ ਵਾਰੀ ਬੇੜੀ ਆਉਂਦੀ ਫਿਰ ਚਲ ਜਾਂਦੀ, ਉਹਦੇ ਵਿੱਚ ਸਵਾਰੀ ਵੀ ਆ ਜਾਂਦੀ ਤੇ ਉਹ ਵੀ ਚਲ ਜਾਂਦੇ। ਇੰਜ ਹੀ ਮਨੁੱਖਾਂ ਦਾ ਹਾਲ ਹੈ, ਇੱਕ ਆਇਆ ਫਿਰ ਉਹਨੇ ਚਲ ਜਾਣਾ। ਇਹ ਸਾਰਾ ਕੁਝ ਸੋਚ ਕਰਕੇ ਕਾਦੇ ਲਈ ਇਹਨਾਂ ਵਿਰਲਾਪ ਤੁਸੀਂ ਕਰ ਰਹੇ ਹੋ। ਮਿਲਨ ਅੰਤ ਮੈਂ ਹੋਤ ਬਿਜੋਗਾ। ਸਾਰਿਆਂ ਦਾ ਇੱਕ ਨਾ ਇੱਕ ਦਿਨ ਅੰਤ ਹੀ ਹੋ ਜਾਂਦਾ ਤੇ ਸਾਰੇ ਇੱਕ ਦੂਜਿਆਂ ਨੂੰ ਵਿਛੋੜਾ ਦੇ ਕਰਕੇ, ਸਦੇਵੀ ਵਿਛੋੜਾ ਦੇ ਕਰਕੇ ਸੰਸਾਰ ਤੋਂ ਚਲੇ ਜਾਂਦੇ ਹਨ। ਪ੍ਰਾਰ ਬੱਧ ਕੇ ਬਸ ਸਭ ਲੋਗਾ। ਕਹਿਣ ਲੱਗੇ ਬਾਬਾ ਮੋਹਰੀ ਜੀ, ਇਹ ਸਾਰਾ ਕੁਝ ਤਾਂ ਪ੍ਰਾਲਬਧ ਕਰਮਾਂ ਦੇ ਅਨੁਸਾਰ ਹੈ। ਸਾਡੇ ਵੀ ਤਾਂ ਪਿਛਲੇ ਜਨਮਾਂ ਦੇ ਪਿਛਲੇ ਸਮੇਂ ਦੇ ਚੰਗੇ ਕਰਮ ਜਾਗ ਪਏ ਹਨ ਖਾਲਸਾ ਜੀ। ਇਸ ਲਈ ਗੁਰੂ ਮਹਾਰਾਜ ਜੀ ਦੇ ਇੱਥੇ ਪਾਵਨ ਅਸਥਾਨਾਂ ਤੇ ਜੁੜ ਕਰਕੇ ਗੁਰੂ ਮਹਾਰਾਜ ਜੀ ਦੀ ਕਥਾ ਕੀਰਤਨ ਸੁਣਨ ਦਾ ਸਾਨੂੰ ਫਲ ਪ੍ਰਾਪਤ ਹੋ ਰਿਹਾ ਹੈ। ਰੋਮ ਰੋਮ ਕਰਕੇ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਪਾਤਸ਼ਾਹ ਆਜ ਦੀ ਘੜੀ ਸਾਨੂੰ ਰੋਜ਼-ਰੋਜ਼ ਆਵੇ, ਰੋਜ਼-ਰੋਜ਼ ਸਾਨੂੰ ਇਹੋ ਜਿਹਾ ਸਮਾਂ ਪ੍ਰਾਪਤ ਹੋਵੇ। ਇੱਥੇ ਬਾਬਾ ਮੋਹਰੀ ਜੀ ਕਹਿਣ ਲੱਗੇ, ਪਿਛਲੇ ਸਮੇਂ ਦੇ ਅਨੁਸਾਰ ਜਿਹੜੇ ਸਾਡੇ ਕਰਮ ਨੇ, ਉਹਨਾਂ ਕਰਮਾਂ ਦੇ ਅਨੁਸਾਰ ਹੀ ਬੰਦਿਆਂ ਦਾ ਇੱਕ ਦੂਜਿਆਂ ਦੇ ਨਾਲ ਮਿਲਾਪ ਵੀ ਹੁੰਦਾ ਹੈ ਤੇ ਵਿਛੋੜਾ ਵੀ ਹੋ ਜਾਂਦਾ ਹੈ। ਪ੍ਰਭੂ ਸਰੂਪ ਜੋ ਪਿਤਾ ਹਮਾਰੇ। ਪਰਮਾਤਮਾ ਖੁਦ ਖੁਦਾ ਦੇ ਸਰੂਪ ਸਾਡੇ ਜਿਹੜੇ ਪਿਤਾ ਜੀ ਸਨ, ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤਿਮ ਸ਼੍ਰੀ ਅਰਜਨ ਪਿਤਾ ਉਧਾਰੇ। ਉਸ ਤਰੀਕੇ ਦੇ ਨਾਲ ਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਨ। ਆਪਣੇ ਸਦਨ ਬੈਕੁੰਠ ਸਿਧਾਰੇ। ਉਹ ਤਾਂ ਆਪਣੇ ਘਰ ਜਿਹੜਾ ਅਸਲ ਘਰ ਹੈ ਉਹਨਾਂ ਦਾ ਬੈਕੁੰਠ ਸੱਚਖੰਡ ਪਿਆਨਾ ਕਰ ਗਏ ਹਨ। ਸੋਚਨ ਜੋਗ ਨਾ ਸੋ ਸੁਖ ਭਾਰੇ। ਉਹਨਾਂ ਦੇ ਬਾਰੇ ਸੋਚਣਾ ਨਹੀਂ, ਉਹ ਤਾਂ ਸਾਰਿਆਂ ਨੂੰ ਸੁਖ ਦੇਣ ਵਾਲੇ, ਸੁੱਖਾਂ ਦੇ ਭਾਰੀ ਵਿਸ਼ਾਲ ਕਾਰਨ ਸਾਰਿਆਂ ਨੂੰ ਸੁਖ ਦੇਣ ਵਾਲੇ ਸਨ। ਮਨ ਮਤ ਉਰਜੇ ਭਗਤ ਬਹੀਨੇ। ਬਾਬਾ ਮੋਹਰੀ ਜੀ ਕਹਿਣ ਲੱਗੇ, ਸੋਚਣਾ ਹੈ ਤਾਂ ਉਹਨਾਂ ਦੇ ਬਾਰੇ ਸੋਚੋ ਜਿਹੜੇ ਮਨਮੁਖ ਨੇ, ਮਨਮਤੀਏ ਨੇ, ਮਨ ਦੇ ਅਨੁਸਾਰ ਕਰਮ ਕਰਨ ਵਾਲੇ ਨੇ। ਜਿਹੜੇ ਮਨ ਦੇ ਅਨੁਸਾਰ ਕਰਮ ਕਰਦੇ ਉਹਨਾਂ ਨੂੰ ਨਿਸ਼ਚਿੰਤ ਹੈ ਕਿ ਨਰਕਾਂ ਦੇ ਵਿੱਚ ਹੀ ਵਾਸਾ ਮਿਲਦਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤਾਂ ਆਪ ਖੁਦ ਖੁਦਾ ਪਰਮਾਤਮਾ ਦੇ ਸਰੂਪ ਸਨ। ਉਹ ਤਾਂ ਆਪਣੇ ਘਰ ਵੱਲ ਚਲੇ ਗਏ, ਘਰ ਨੂੰ ਚਲੇ ਗਏ ਨੇ, ਸੱਚਖੰਡ ਨੂੰ। ਤੇ ਉਹਨਾਂ ਦੇ ਬਾਰੇ ਹੁਣ ਕਾਦੇ ਲਈ ਤੁਸੀਂ ਇੰਨਾ ਸੋਚ ਰਹੇ ਹੋ। ਜੇ ਸੋਚਣਾ ਹੀ ਹੈ, ਵਿਚਾਰ ਕਰਨੀ ਹੀ ਹੈ, ਤਾਂ ਜਿਹੜੇ ਮਨਮਤੀਏ ਲੋਕ ਨੇ ਉਹਨਾਂ ਦੇ ਬਾਰੇ ਵਿਚਾਰ ਕਰੋ। ਕਬੂ ਨ ਪ੍ਰਭ ਕੋ ਸਿਮਰਨ ਕੀਨੀ। ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਕਦੇ ਪਰਮੇਸ਼ਵਰ ਦੇ ਗੁਣਾਂ ਨੂੰ ਨਹੀਂ ਗਾਇਆ, ਇਹੋ ਜਿਹੇ ਵੀ ਕਈ ਨਾਸਤਿਕ ਲੋਕ ਹੁੰਦੇ ਨੇ। ਜੇ ਸੋਚਣਾ ਹੀ ਹੈ ਤਾਂ ਉਹਨਾਂ ਦੇ ਬਾਰੇ ਸੋਚੋ ਕਿ ਅੰਤ ਦੀ ਵੇਲਾ ਉਹਨਾਂ ਦਾ ਕੀ ਹੋਵੇਗਾ, ਕਿੱਥੇ ਉਹਨਾਂ ਨੂੰ ਥਾਂ ਲੱਭੇਗੀ ਕਿ ਨਹੀਂ ਲੱਭੇਗੀ। ਜੇ ਸੋਚਣਾ ਹੀ ਹੈ, ਵਿਚਾਰਨਾ ਹੀ ਹੈ ਤਾਂ ਉਹਨਾਂ ਦੇ ਬਾਰੇ ਵਿਚਾਰੋ। ਸੋ ਸੋਚਨ ਕੇ ਜੋਗ ਮਹਾਨਾ। ਬਾਬਾ ਮੋਹਰੀ ਜੀ ਕਹਿਣ ਲੱਗੇ, ਇਹੋ ਜਿਹੇ ਲੋਕ, ਮਨਮਤੀਏ ਲੋਕ, ਮਨਮੁਖੀ ਲੋਕ ਸੋਚਣ ਦੇ ਯੋਗ ਹਨ। ਧਰਮ ਤਿਆਗ ਜਿਨ ਕੀਏ ਅਗਨਾਨਾ। ਜਿਨ੍ਹਾਂ ਨੇ ਆਪਣੇ ਧਰਮ ਨੂੰ ਤਿਆਗ ਕਰਕੇ ਅਨੇਕ ਪ੍ਰਕਾਰ ਦੇ ਪਾਪ ਕੀਤੇ ਹਨ। ਅਗ ਦਾ ਅਰਥ ਹੁੰਦਾ ਹੈ ਪਾਪ। ਅਨੇਕ ਪ੍ਰਕਾਰ ਦੇ ਪਾਪਾਂ ਨੂੰ ਜਿਨ੍ਹਾਂ ਕਮਾਇਆ ਆਪਣੇ ਧਰਮ ਨੂੰ ਤਿਆਗ ਕਰਕੇ, ਉਹਨਾਂ ਦੇ ਬਾਰੇ ਸੋਚੋ। ਨੈ ਸਤਿਗੁਰ ਕੀ ਸੇਵ ਕਮਾਈ। ਜਿਨ੍ਹਾਂ ਨੇ ਕਦੇ ਵੀ ਆਪਣੇ ਇਸ ਰਹਿੰਦੇ ਸਮੇਂ ਦੇ ਅੰਦਰ ਜੀਵਨ ਦੇ ਵਿੱਚ ਸਤਿਗੁਰੂ ਜੀ ਦੀ ਸੇਵਾ ਨਹੀਂ ਕਮਾਈ, ਨਾਮ ਨਹੀਂ ਜਪਿਆ,
ਇਹੋ ਜਿਹੇ ਜਿਹੜੇ ਮਨਮਤੀਏ ਲੋਕ ਨੇ, ਸਤਿਗੁਰ ਗਿਰਾ ਨਾ ਹਿਰਦੇ ਬਸਾਈ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ, ਗੁਰੂ ਮਹਾਰਾਜ ਜੀ ਦੇ ਹੁਕਮਾਂ ਨੂੰ ਤੇ ਪਾਤਸ਼ਾਹ ਜੀ ਦੀ ਜਿਹੜੀ ਆਗਿਆ ਹੈ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ, ਗੁਰੂ ਸਾਹਿਬ ਜੀ ਦੇ ਬਾਣੀ ਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾਇਆ। ਜੇ ਸੋਚਣਾ ਹੀ ਹੈ ਕਰੀ ਤਾਂ ਉਹਨਾਂ ਦੇ ਬਾਰੇ ਸੋਚਣਾ ਕਰੋ। ਇੰਜ ਕਹਿਣ ਲੱਗੇ ਬਾਬਾ ਮੋਹਰੀ ਜੀ ਆਪਣੀ ਪਤਨੀ ਦੇ ਤਾਈਂ, ਤੇ ਹੋਰ ਵੀ ਅੱਗੇ ਕਈ ਤਰੀਕਿਆਂ ਦੇ ਨਾਲ ਉਹਨਾਂ ਨੂੰ ਸਮਝਾਉਣਗੇ ਕਿਵੇਂ ਸੋਚਣਾ ਚਾਹੀਦਾ ਕਿੰਨਾ ਦੇ ਬਾਰੇ, ਕਿਵੇਂ ਆਪਣਾ ਮੇਲ ਮਿਲਾਪ ਹੁੰਦਾ ਹੈ ਫਿਰ ਵਿਛੋੜਾ ਹੁੰਦਾ ਹੈ। ਇਹ ਅਨੇਕ ਪ੍ਰਕਾਰ ਦੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਸਮਝਾਉਣਗੇ। ਕਿਵੇਂ ਸਮਝਾਉਂਦੇ ਨੇ ਉਹ ਅਗਲੀ ਕਥਾ ਆਪਾਂ ਆਉਣ ਵਾਲੇ ਦੀਵਾਨਾਂ ਅੰਦਰ ਕੱਲ ਰੋਜ਼ ਸ਼ਰਵਣ ਕਰਾਂਗੇ। ਨਿਰਧਾਰਿਤ ਸਮੇਂ ਦੇ ਅਨੁਸਾਰ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਾਂ ਦੀ ਸਮਾਪਤੀ ਹੈ ਜੀ। ਗੁਰੂ ਪਾਤਸ਼ਾਹ ਜੀ ਦੀ ਅਗਾਧ ਬੋਧ ਕਲਿਆਣਕਾਰੀ ਪਰੋਪਕਾਰੀ ਕਥਾ ਕਥਨ ਕਰਦਿਆਂ ਦਾਸ ਵੱਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਬੇਅੰਤ ਗਲਤੀਆਂ ਭੁੱਲਾਂ ਚੂਕਾਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ। ਪਾਤਸ਼ਾਹ ਜੀ ਕਿਰਪਾ ਕਰਨ, ਸਾਰਿਆਂ ਉੱਤੇ ਰਹਿਮਤਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अविनाशी अघनाश, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान जाके सदा बबेक, हे अपरंपर हर हरे है भी होवन हार, हे संत कै सदा संग निधारा आधार, हे ठाकुर हाँ दासरो मैं निर्गुण गुण नहीं कोय, नानक दीजै नाम दान राखो ये पर होए, आए प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सोतरे पार, जो शरदा कर सेवंदे गुर पार उतारन हार, वाहिगुरु नाम जहाज है चढ़े सोतरे पार, जो शरदा कर सेवंदे गुर पार उतारन हार। वाहिगुरु जी का खालसा, वाहिगुरु जी की फतेह।